ਹੈਲੋ ਦੋਸਤੋ, ਸਿੱਧੀ ਪੰਜਾਬ ਪੰਜਾਬ ਰਿਲੇਟਡ ਕਰੰਟ ਅਫੇਅਰਸ ਦੀ ਇਸ ਡਿਸਕਸ਼ਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਆਪਾਂ 14 ਤੋਂ ਲੈ ਕੇ 16 ਜਨਵਰੀ ਤੱਕ ਦੇ ਜਿਹੜੇ ਕਰੰਟ ਅਫੇਅਰਸ ਹੈ ਉਹ ਡਿਸਕਸ ਕਰਨ ਵਾਲੇ ਹਾਂ। ਅੱਜ ਦੇ ਇੰਪੋਰਟੈਂਟ ਟੌਪਿਕਸ ਆਪਣੀ ਡਿਸਕਸ਼ਨ ਦਾ ਜੋ ਪਾਰਟ ਬਣਨਗੇ ਉਹ ਇਹ 12 ਟੌਪਿਕ ਨੇ। ਨੰਬਰ ਆਫ ਟੌਪਿਕ ਜ਼ਿਆਦਾ ਨੇ ਬਟ ਇਹ ਜਿਹੜੇ ਨੇ ਪ੍ਰੀਲਿਮ ਸਪੈਸੀਫਿਕ ਕਾਫੀ ਨੇ। ਇਹ ਤੁਹਾਨੂੰ ਕਾਫੀ ਆਨਸਰ ਕਰਨ 'ਚ ਪ੍ਰੀਲਿਮਸ ਦੇ ਐਗਜ਼ਾਮ 'ਚ ਹੈਲਪ ਕਰਨਗੇ। ਤਾਂ ਇਹ ਸਾਰੇ ਇੰਪੋਰਟੈਂਟ ਟੌਪਿਕਸ ਨੇ, ਜ਼ਿਆਦਾ ਲੰਬੀ ਆਪਾਂ ਨਹੀਂ ਰੱਖਾਂਗੇ। ਆਈ ਵਿਲ ਟਰਾਈ ਟੂ ਵਾਈਂਡ ਅਪ ਐਜ਼ ਕੁਇਕਲੀ ਐਜ਼ ਪੋਸੀਬਲ। ਤੇ ਇੱਕ ਜਿਹੜਾ ਟੌਪਿਕ ਹੈ ਸਪੈਸ਼ਲ CBI ਮੇਨਸ ਲਈ ਕਾਫੀ ਇੰਪੋਰਟੈਂਟ ਹੈ ਆਪਣਾ, ਇਹ ਆਪਾਂ ਜਿਹੜਾ ਹੈ ਥੋੜੀ ਡਿਟੇਲ 'ਚ ਡਿਸਕਸ ਕਰਾਂਗੇ। ਠੀਕ ਹੈ ਜੀ, ਚਲੋ ਫਿਰ ਡਿਸਕਸ਼ਨ ਸ਼ੁਰੂ ਕਰਦੇ ਹਾਂ ਫਰਸਟ ਟੌਪਿਕ ਦੇ ਨਾਲ। ਟੂ ਚੈੱਕ ਡਰੱਗਸ NCB ਟੂ ਸੈਟ ਅਪ ਯੂਨਿਟ ਇਨ ਅੰਮ੍ਰਿਤਸਰ। NCB ਮਤਲਬ ਨਾਰਕੋਟਿਕਸ ਕੰਟਰੋਲ ਬਿਊਰੋ। ਠੀਕ ਹੈ, ਰਿਲੇਟਡ ਟੂ ਡਰੱਗ ਟ੍ਰੈਫਿਕਿੰਗ ਜਾਂ ਡਰੱਗ ਕ੍ਰਾਈਮ ਜਿਹੜਾ ਹੈ ਇੰਡੀਆ ਦੇ ਵਿੱਚ ਪੂਰਾ, ਉਸ ਨਾਲ ਰਿਲੇਟਡ ਨਾਰਕੋਟਿਕਸ। ਠੀਕ ਹੈ, ਇਹ ਕੰਟਰੋਲ ਬਿਊਰੋ ਸਪੈਸ਼ਲ ਏਜੰਸੀ ਹੈ। ਹੁਣ ਤੁਹਾਨੂੰ ਸਭ ਨੂੰ ਪਤਾ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, ਕਿ ਡਰੱਗ ਅਬਿਊਜ਼ ਦੀ ਪ੍ਰੋਬਲਮ ਜਿਹੜੀ ਹੈ ਪੰਜਾਬ ਦਾ ਸਭ ਤੋਂ ਵੱਡਾ ਸੋਸ਼ਲ ਤੇ ਸਿਕਿਉਰਿਟੀ ਇਸ਼ੂ ਹੈ। ਠੀਕ ਹੈ ਜੀ, ਇਸ ਲਈ ਇਹਦੇ ਨਾਲ ਰਿਲੇਟਡ ਜੋ ਵੀ ਡਿਵੈਲਪਮੈਂਟ ਹੈ ਉਹ ਆਪਣੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ ਜਦੋਂ ਆਪਾਂ ਪੰਜਾਬ ਦੇ ਐਗਜ਼ਾਮਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ। ਮੈਂ ਆਲਰੇਡੀ ਬਹੁਤ ਡੀਟੇਲਡ ਡਿਸਕਸ਼ਨ 10th ਐਂਡ 11th ਜਨਵਰੀ ਵਾਲੀ ਵੀਡੀਓ ਵਿੱਚ ਡਰੱਗ ਅਬਿਊਜ਼ ਦੇ ਸਾਰੇ ਇਸ਼ੂ ਤੇ ਕੰਪਲੀਟ ਡਿਟੇਲ ਡਿਸਕਸ਼ਨ ਕਰ ਚੁੱਕੀ ਹਾਂ। ਮੈਂ ਲਿੰਕ ਪ੍ਰੋਵਾਈਡ ਕਰ ਦੂੰਗੀ, ਤੁਸੀਂ ਉਹ ਵੀ ਜਾ ਕੇ ਚੈੱਕ ਕਰਿਓ। ਹੁਣ ਇਹ ਇੱਕ ਐਡੀਸ਼ਨਲ ਮੈਜਰ ਹੈ, ਜਿਵੇਂ ਆਪਾਂ ਉਸ 'ਚ ਵੀ ਦੇਖਿਆ ਸੀ ਕਿ ਗਵਰਨਮੈਂਟ ਨੇ ਮੈਜਰਸ ਕਿਆ ਲਿੱਤੇ ਹੈ ਡਰੱਗ ਦੇ ਇਸ਼ੂ ਨੂੰ ਸੋਲਵ ਕਰਨ ਲਈ, ਜਿਵੇਂ ਕਿ ਬਡੀ ਪ੍ਰੋਗਰਾਮ, ਓਪੀਓਇਡ ਅਸਿਸਟੈਂਸ ਟ੍ਰੀਟਮੈਂਟ ਜਿਹੜੇ ਉਹ ਆਊਟ ਪੇਸ਼ੈਂਟ ਡਿਪਾਰਟਮੈਂਟਸ ਨੇ, ਫਿਰ ਆਫਿਸਰਸ ਬਣਾਏ ਨੇ। ਤਾਂ ਨੰਬਰ ਆਫ ਮੈਜਰਸ ਆਲਰੇਡੀ ਜਿਹੜੀ ਗਵਰਨਮੈਂਟ ਆਪਾਂ ਕਹਿ ਸਕਦੇ ਹਾਂ ਕਿ ਲੈ ਚੁੱਕੀ ਹੈ ਡਰੱਗ ਕੰਟਰੋਲ ਲਈ। ਹੁਣ ਆਹ ਲੇਟੈਸਟ ਮੈਜਰ ਲਿੱਤਾ ਜਾ ਰਿਹਾ ਹੈ ਗਵਰਨਮੈਂਟ ਲਈ ਪੰਜਾਬ ਵਿੱਚ ਡਰੱਗ ਦੇ ਇਸ਼ੂ ਨੂੰ ਸੋਲਵ ਕਰਨ ਲਈ। ਇਸ ਲਈ ਇਹ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਆਪਦੇ ਆਨਸਰਸ 'ਚ ਤੁਸੀਂ ਇਹ ਲਿਖ ਕੇ ਆਓਗੇ ਤਾਂ ਕਾਫੀ ਅੱਛੇ ਮਾਰਕਸ ਮਿਲਣਗੇ। ਤਾਂ ਦੇਖੋ, ਪੰਜਾਬ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਉਹ ਏਜੰਸੀ ਜਿਹੜੀ ਡਰੱਗ ਦੀ ਫਾਈਟ ਦੇ ਅਗੇਂਸਟ ਕੰਮ ਕਰਦੀ ਹੈ। ਇਸ ਏਜੰਸੀ ਦਾ ਇੱਕ ਯੂਨਿਟ ਜਿਹੜਾ ਹੈ ਪੰਜਾਬ ਵਿੱਚ ਹੁਣ ਖੁੱਲ੍ਹੇਗਾ। ਆਲਰੇਡੀ ਚੰਡੀਗੜ੍ਹ ਵਿੱਚ ਤਾਂ ਇਹਦਾ ਸੀਗਾ ਹੀ, ਜੋ ਮਾਲਵਾ ਡਿਵੀਜ਼ਨ ਨੂੰ ਚੈੱਕ ਕਰਦਾ ਸੀ। ਹੁਣ ਅੰਮ੍ਰਿਤਸਰ ਵਿੱਚ ਇਹਦਾ ਨਵਾਂ ਯੂਨਿਟ ਖੁੱਲ੍ਹੇਗਾ ਜੋ ਕਿ ਮਾਝਾ ਤੇ ਦੁਆਬਾ ਰੀਜਨ ਦੀ ਵੀ ਡਰੱਗ ਇਸ਼ੂ ਨੂੰ ਐਡਰੈਸ ਕਰੇਗਾ। ਠੀਕ ਹੈ ਜੀ, ਮੈਂ ਆਲਰੇਡੀ ਵੀਡੀਓ 'ਚ ਤੁਹਾਨੂੰ ਪੰਜਾਬ ਦੇ ਰੀਜਨਸ ਵੀ ਦੱਸ ਚੁੱਕੀ ਹਾਂ। ਜੇ ਪੰਜਾਬ ਆਪਾਂ ਦੇਖੀਏ ਤਾਂ 3 ਰੀਜਨਸ 'ਚ ਡਿਵਾਈਡਡ ਹੈ, ਮਾਝਾ, ਦੁਆਬਾ ਤੇ ਮਾਲਵਾ। ਠੀਕ ਹੈ ਜੀ, ਸਦਰਨ ਮੋਸਟ ਜਿਹੜਾ ਹੈ ਮਾਲਵਾ ਹੈ। ਇਸ 'ਚ ਤੁਹਾਡੇ ਡਿਸਟ੍ਰਿਕਟਸ ਲਾਈਕ ਮਾਨਸਾ, ਬਠਿੰਡਾ, ਸੰਗਰੂਰ, ਸਾਸ ਨਗਰ ਜਾਂ ਮੋਹਾਲੀ ਆਉਂਦੇ ਨੇ। ਦੁਆਬਾ ਦੇ ਵਿੱਚ ਤੁਹਾਡਾ ਲੁਧਿਆਣਾ ਤੇ ਇਹ ਵਾਲੇ ਜਿਹੜੇ 2 ਰਿਵਰਸ ਦੇ ਵਿੱਚ ਇਹ ਏਰੀਆ ਹੈ ਇਹ ਸਾਰੇ ਕਵਰਡ ਨੇ। ਮਾਝਾ ਦੇ ਵਿੱਚ ਤੁਹਾਡਾ ਪਠਾਨਕੋਟ ਹੋ ਗਿਆ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਇਸ ਤਰੀਕੇ ਦੇ ਡਿਸਟ੍ਰਿਕਟਸ ਆਉਂਦੇ ਨੇ। ਤਾਂ ਉਹ ਸੀ ਇਹੀ ਡਿਵੈਲਪਮੈਂਟ ਹੈ। ਇਹਨਾਂ 2 ਰੀਜਨਸ ਲਈ ਹੁਣ ਅੰਮ੍ਰਿਤਸਰ ਵਿੱਚ ਨਵਾਂ ਯੂਨਿਟ ਸੈਟਅਪ ਕੀਤਾ ਜਾ ਰਿਹਾ ਹੈ। ਮਾਲਵਾ ਲਈ ਆਲਰੇਡੀ ਚੰਡੀਗੜ੍ਹ ਵਿੱਚ ਸੀਗਾ। ਠੀਕ ਹੈ, ਬਸ ਤੁਸੀਂ ਇਹ ਯਾਦ ਰੱਖੋ ਇੱਕ ਛੋਟੀ ਜਿਹੀ ਲਾਈਨ ਕਿ NCB ਦਾ ਨਵਾਂ ਯੂਨਿਟ ਸਟਾਰਟ ਹੋ ਰਿਹਾ। ਪੰਜਾਬ ਇਹ ਜੀ ਇਕੱਲੀ ਸਟੇਟ ਹੋਣੀ ਹੈ ਜਿੱਥੇ NCB ਦੇ 2 ਯੂਨਿਟਸ ਹੈਗੇ ਨੇ ਪੂਰੀ ਸਟੇਟ ਨੂੰ ਐਡਰੈਸ ਕਰਨ ਲਈ ਡਰੱਗ ਇਸ਼ੂ ਨੂੰ। ਠੀਕ ਹੈ ਜੀ, ਇਹ NCB ਬਾਰੇ ਵੀ ਥੋੜ੍ਹਾ ਦੇਖ ਲਓ। ਇਹ ਡਰੱਗ ਕੰਟਰੋਲ ਵਗੈਰਾ ਫਾਈਟ ਦੇ ਅਗੇਂਸਟ ਕੰਮ ਕਰਦੀ ਹੈ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਹੈ। ਠੀਕ ਹੈ ਜੀ, ਦੇਖੋ ਮਿਨਿਸਟਰੀ ਆਫ ਹੋਮ ਅਫੇਅਰਸ ਤੁਹਾਡੇ ਸਾਰੇ ਇੰਟਰਨਲ ਇਸ਼ੂਜ਼ ਨੂੰ, ਇੰਟਰਨਲ ਸਿਕਿਉਰਿਟੀ ਇਸ਼ੂਜ਼ ਨੂੰ ਡੀਲ ਕਰਦੀ ਹੈ। ਐਕਸਟਰਨਲ ਸਿਕਿਉਰਿਟੀ ਲਈ ਤੁਹਾਡੀ ਮਿਨਿਸਟਰੀ ਆਫ ਡਿਫੈਂਸ ਹੁੰਦੀ ਹੈ। ਇੰਟਰਨਲ ਸਿਕਿਉਰਿਟੀ ਲਈ ਤੁਹਾਡੀ ਮਿਨਿਸਟਰੀ ਆਫ ਹੋਮ ਅਫੇਅਰਸ ਹੈ। ਤੇ ਜਿਹੜਾ ਡਰੱਗ ਪ੍ਰੋਬਲਮ ਹੈ ਉਹ ਆਪਣੀ ਇੰਟਰਨਲ ਸਿਕਿਉਰਿਟੀ ਦਾ ਪ੍ਰੋਬਲਮ ਹੈ। ਇਸੇ ਲਈ ਤੁਸੀਂ ਦੇਖੋ ਆ ਜਿਹੜੀ ਏਜੰਸੀ ਹੈ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਹੈ। ਇਸ ਤਰੀਕੇ ਨਾਲ ਤੁਸੀਂ ਇਹ ਫੈਕਟਸ ਜਿਹੜੇ ਆ ਯਾਦ ਕਰ ਸਕਦੇ ਹੋ, ਈਜ਼ੀ ਵੇ ਹੈ। ਠੀਕ ਹੈ ਜੀ, ਨੈਕਸਟ ਟੌਪਿਕ ਹੈ ਸਾਡਾ ਸਟੇਜ ਸੈਟ ਫॉर ਪੋਲੀਟੀਕਲ ਇਵੈਂਟਸ ਐਂਡ ਫੈਸਟੀਵਿਟੀਜ਼ ਇਨ ਮੁਕਤਸਰ। ਤੁਹਾਨੂੰ ਪਤਾ ਹੀ ਹੈ ਮਾਘੀ ਮੇਲਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਬਹੁਤ ਹੀ ਇੰਪੋਰਟੈਂਟ ਹੈ ਪੰਜਾਬ ਦੇ ਕਲਚਰ, ਪੰਜਾਬ ਦੇ ਹਿਸਟਰੀ ਦੇ ਪਾਰਟ ਲਈ। 31 ਦਸੰਬਰ ਨੂੰ ਇਹਦੀ ਫੁੱਲ ਡਿਸਕਸ਼ਨ ਹੋ ਚੁੱਕੀ ਹੈ। ਮੈਂ ਉਹਦੀ ਵੀਡੀਓ ਦਾ ਲਿੰਕ ਇੱਥੇ ਅਟੈਚ ਕਰੂੰਗੀ, ਉਹ ਦੇਖਿਓ। ਜਿਹੜੇ ਨਵੇਂ ਬੱਚਿਆਂ ਨੇ ਸਾਨੂੰ ਜੁਆਇਨ ਕੀਤਾ ਹੈ, PDF 'ਚ ਵੀ ਤੁਹਾਨੂੰ ਸਾਰੀ ਡਿਟੇਲ ਮਿਲ ਜਾਣੀ ਹੈ 31 ਦਸੰਬਰ ਵਾਲੀ PDF 'ਚ। ਟੈਲੀਗ੍ਰਾਮ ਚੈਨਲ ਸਾਡਾ ਜੁਆਇਨ ਕਰੋ, ਉੱਤੇ ਤੁਹਾਨੂੰ ਸਾਰੇ PDFs ਤੇ ਵੀਡੀਓਜ਼ ਮਿਲ ਜਾਣੀਆਂ ਪੁਰਾਣੀਆਂ। ਠੀਕ ਹੈ ਜੀ, ਇਹ ਪਰ ਪੱਕਾ ਦੇਖਣਾ ਹੈ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਪੰਜਾਬ ਦੇ ਲਈ। ਨੈਕਸਟ ਇੰਪੋਰਟੈਂਟ ਟੌਪਿਕ ਜਿਹੜਾ ਨਿਊਜ਼ ਵਿੱਚ ਹੈ, ਪੰਚਾਇਤ ਡਿਪਾਰਟਮੈਂਟ ਡਾਇਰੈਕਟਰ ਇਸ਼ੂਡ ਨੋਟਿਸ ਆਫ ਕੰਟੈਂਪਟ ਆਫ ਕੋਰਟ।
ठीक है जी, इस न्यूज़ च अपने लिए कुछ इंपॉर्टेंट नहीं है, बट ये टर्म कंटेम्प्ट ऑफ कोर्ट बहुत इंपॉर्टेंट है। प्रीलिम्स च स्पेशली इस ते क्वेश्चन आ सकता है। ठीक है जी, ਕੰਟੈਂਪਟ ਆਫ ਕੋਰਟ ਹੁੰਦਾ ਕਿਆ ਹੈ? ਜਿਵੇਂ ਤੁਸੀਂ ਨਾਮ ਤੋਂ ਹੀ ਸਮਝ ਸਕਦੇ ਹੋ ਕਿ ਅਗਰ ਆਪਾਂ ਜੁਡੀਸ਼ਰੀ ਆਪਦੇ ਕੰਟਰੀ ਦੇ ਕੋਰਟਸ ਦੀ ਅਵਮਾਨਨਾ ਕਰੀਏ ਜਾਂ ਉਹਨਾਂ ਦੀ ਡਾਇਰੈਕਸ਼ਨਸ ਨੂੰ ਮੰਨੀਏ ਨਾ, ਵਾਇਲੇਟ ਕਰੀਏ, ਇਨਸਲਟ ਕਰੀਏ, ਤਾਂ ਉਹਨੂੰ ਕੋਰਟ ਦਾ ਕੰਟੈਂਪਟ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਕੋਰਟ ਦਾ ਕੰਟੈਂਪਟ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਇਹ ਬੇਸਿਕਲੀ ਪ੍ਰੋਵੀਜ਼ਨ ਬਣਾਈ ਕਿਉਂ ਗਈ ਹੈ? ਤਾਂ ਕਿ ਸਾਡੀ ਜੁਡੀਸ਼ਰੀ ਜੋ ਵੀ ਫੇਅਰ ਫਰੀ ਇੰਡੀਆ ਕ੍ਰੀਏਟ ਕਰਨ ਲਈ ਜਜਮੈਂਟਸ ਦਿੰਦੀ ਹੈ ਉਹਨਾਂ ਨੂੰ ਸੀਰੀਅਸਲੀ ਫੋਲੋ ਕੀਤਾ ਜਾਵੇ। ਇਸੇ ਲਈ ਜੁਡੀਸ਼ਰੀ ਨੂੰ ਇਹ ਸਪੈਸ਼ਲ ਪਾਵਰ ਦੇਣਾ ਜ਼ਰੂਰੀ ਹੈ ਕਿ ਉਹ ਆਪਦੀ ਉਲੰਘਣਾ ਨੂੰ, ਆਪਦੀ ਡਿਸਰਿਸਪੈਕਟ ਨੂੰ, ਆਪਦੀ ਇਨਸਲਟ ਨੂੰ ਜਾਂ ਆਪਦੀ ਅਭਿਮਾਨਨਾ ਨੂੰ ਜਿਹੜਾ ਹੈ ਪਨਿਸ਼ ਕਰ ਸਕੇ। ਠੀਕ ਹੈ, ਤਾਂ ਜੁਡੀਸ਼ਰੀ ਨੂੰ ਨਾ ਮੰਨਣ 'ਤੇ ਤੁਹਾਨੂੰ ਕੰਟੈਂਪਟ ਆਫ ਕੋਰਟ ਦੇ ਪ੍ਰੋਵੀਜ਼ਨਸ ਦੇ ਅੰਡਰ ਫੇਸ ਕਰਨਾ ਪੈ ਸਕਦਾ ਹੈ ਐਡਮਿਨਿਸਟ੍ਰੇਟਿਵ ਐਕਸ਼ਨ। दैट इज़ बेसिकली कंटेम्प्ट ऑफ कोर्ट। ठीक है जी, अपना ਜਿਹੜਾ ਕਨਸਟੀਟਿਊਸ਼ਨ ਹੈ ਉਸਨੇ ਹੀ ਇਹ ਪ੍ਰੋਵੀਜ਼ਨ ਬਣਾਈ ਹੈ ਤਾਂ ਕਿ ਜੁਡੀਸ਼ਰੀ ਦੀ ਡਾਇਰੈਕਸ਼ਨਸ ਨੂੰ ਜਿਹੜੀ ਸਾਰੀ ਇੰਡੀਆ ਦੇ ਸਿਟੀਜ਼ਨਸ ਹੈ ਉਹ ਸੀਰੀਅਸਲੀ ਲੈਣ। ਤਾਂ ਸੁਪਰੀਮ ਕੋਰਟ ਲਈ ਆਰਟੀਕਲ 129 ਦੇ ਅੰਡਰ ਇਹ ਪਾਵਰਸ ਦਿੱਤੀਆਂ ਗਈਆਂ ਹੈ ਕੰਟੈਂਪਟ ਆਫ ਕੋਰਟ ਦੀਆਂ। ਹਾਈ ਕੋਰਟ ਲਈ ਆਰਟੀਕਲ 215 ਦੇ ਵਿੱਚ ਇਹ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ। ठीक है जी, सो एज पर दिस प्रोविजन ऑफ कॉन्स्टिट्यूशन पार्लियामेंट ने लॉ पास किया कंटेम्प्ट ऑफ कोर्ट एक्ट 1971, जिस विच सारी डिटेल्स दित्तियां गई हैं कि कंटेम्प्ट ऑफ कोर्ट क्या है, इस दे रिगार्डिंग पनिशमेंट्स क्या होणगियां। तो मतलब सारी डिटेल्स इस च दित्तियां हुई हैं। कॉन्स्टिट्यूशन ने सिर्फ यह दस दिता सी पार्लियामेंट नूं कि यह जी पावर्स जुडिशरी नूं देना जरूरी है कंटेम्प्ट ऑफ कोर्ट दियां। ठीक है जी, इसलिए ये सारी कंटेम्प्ट ऑफ कोर्ट जिहड़ी तुहाडी डिटेल्स है वो ये लॉ के अकॉर्डिंग है। राइट, हुण नाउ कंटेम्प्ट ऑफ कोर्ट जिहड़ा है दो टाइप का हो सकता है, सिविल या क्रिमिनल। ठीक है, कंटेम्प्ट ऑफ कोर्ट जिहड़ा है दो टाइप का हुंदा है, सिविल या क्रिमिनल। दोनों च फर्क क्या है? अगर तुसी सिंपल डिसओबीडियंस कर रहे हो या ब्रीच कर रहे हो तो उन्होंने सिविल कंटेम्प्ट ही मन्निया जाना है। राइट, बट हुण अगर तुसी एक्टिवली जुडिशरी की क्रिटिसिज्म या निंदा कर रहे हो, बहुत ही बुरे वर्ड्स च स्कैंडलाइजिंग जिन्हों लिता जा सकता है, या तुसी जुडिशरी के एक्शन नूं होण तो रोक रहे हो, एक्टिवली तुसी प्रोहिबिट कर रहे हो कि जुडिशरी की डायरैक्शन नूं मन्निया ना जाए, या उहदे खिलाफ बोल के या उहदे खिलाफ इंटरफेयर करके या किसी भी तरीके नाल जस्टिस नूं एडमिनिस्टर होण तो ऑबस्ट्रक्ट करके, तो फिर उन्होंने क्रिमिनल लैवल का कंटेम्प्ट मन्निया जाना है। ठीक है, मतलब इत्थे पनिशमेंट जिहड़ी है ज़्यादा हार्श होनी है। राइट, तो ये दो टाइप्स के कंटेम्प्ट होंदे है। यूजुअली ये इंप्रिजनमेंट दी जा सकती है ये अंडर 6 महीने या उहदे तो घट तक दी, एंड फाइन भी लाया जा सकता है 2000 तक। ठीक है, ये बेसिकली कंटेम्प्ट दी फैक्चुअल डिटेल्स ने। ਹੁਣ ਤੁਹਾਨੂੰ ਮੇਨਸ 'ਚ ਵੀ ਪੁੱਛਿਆ ਜਾ ਸਕਦਾ ਹੈ ਕਿ ਕੰਟੈਂਪਟ ਆਫ ਕੋਰਟ ਦੀ ਆਪਾਂ ਪ੍ਰੋਵੀਜ਼ਨ ਬਣਾਈ ਹੋਈ ਹੈ, ਇਹਦੀ ਜ਼ਰੂਰਤ ਕਿਆ ਹੈ? ਰਾਈਟ, ਕਿ ਇਹ ਸਹੀ ਹੈ ਜਾਂ ਗਲਤ ਹੈ? ਤਾਂ ਦੇਖੋ ਬੇਸਿਕਲੀ ਸਪੋਰਟਿੰਗ ਆਰਗੂਮੈਂਟਸ ਇਹੀ ਨੇ ਕਿ ਆਪਾਂ ਚਾਹੁੰਦੇ ਹਾਂ ਕਿ ਜੁਡੀਸ਼ਰੀ ਦੀ ਡਾਇਰੈਕਸ਼ਨਸ ਨੂੰ ਮੰਨਿਆ ਜਾਵੇ, ਲੋਕ ਸੀਰੀਅਸਲੀ ਲੈਣ, ਤਾਂ ਹੀ ਆਪਾਂ ਰੂਲ ਆਫ ਲਾਅ ਜਿਹੜਾ ਆਪਾਂ ਕਹਿੰਦੇ ਆ ਐਸਟੈਬਲਿਸ਼ ਕਰ ਸਕਦੇ ਹਾਂ। ठीक है, मतलब लॉ राज करे, कोई भी इंसान ना राज करे कंट्री विच, अनारकी नहीं होनी चाहिए। अनारकी मतलब लॉलेसनेस, जद लॉ दी कोई डायरैक्शंस नहीं मानता, जद लॉ दी कोई अभिमानना नहीं करता। ठीक है, तो इसीलिए जुडिशरी दी गल्लां मनना जो कि लॉ दी कीपर है जरूरी है। इसीलिए आपां नूं कंटेम्प्ट ऑफ कोर्ट दी प्रोविजन बनानी पै रही है। ठीक है जी, सैकेंड है कि देखो आप नहीं चाहते कि जुडिशरी नूं कोई पर्सनल अटैक्स करे, क्योंकि जुडिशरी की इंडिपेंडेंस बहुत ज़रूरी है। अगर आप सब नूं जुडिशरी के अगेंस्ट कुछ भी बोलन की इजाजत दे देंगे तो जुडिशरी की इंडिपेंडेंस जिहड़ी है वो भी इंपैक्ट हो सकती है। तो इसलिए पर्सनल अटैक्स तो बचाने लई भी यह प्रोविजन बनाई गई है। तो उस तो बाद तुहानूं पता ही है अपने मीडिया जिहड़ा है केस का ट्रायल पहला ही शुरू कर दिंदा बिफोर जुडिशरी स्टार्ट्स। तो इसलिए ये सब चीज़ां तो भी प्रिवेंट करने लई कंटेम्प्ट ऑफ कोर्ट जरूरी है। अगर जुडिशरी चाहे तो
ਲਿਮਿਟ ਲਾ ਸਕਦੀ ਹੈ ਕਿ ਮੀਡੀਆ ਕਿਵੇਂ ਆਪਰੇਟ ਕਰ ਰਿਹਾ ਹੈ ਔਨ ਐਨੀ ਪਾਰਟਿਕੂਲਰ ਕੇਸ ਗੋਇੰਗ ਔਨ ਇਨ ਦੀ ਕੰਟਰੀ। ਠੀਕ ਹੈ, ਸੋ ਇਹ ਸਭ ਥਾਟ ਪ੍ਰੋਸੈਸ ਦੇ ਨਾਲ ਕੰਟੈਂਪਟ ਆਫ ਕੋਰਟ ਦੀ ਪ੍ਰੋਵੀਜ਼ਨ ਜਿਹੜੀ ਹੈ ਬਣਾਈ ਗਈ ਹੈ ਕਨਸਟੀਟਿਊਸ਼ਨ 'ਚ। ਬਟ ਦੇਖੋ ਹੁਣ ਕਾਫੀ ਸਾਰੇ ਇਸ਼ੂਜ਼ ਵੀ ਆ ਗਏ ਹੈ। ਇਹ ਪਾਵਰ ਦਿੱਤੀ ਗਈ ਹੈ ਜੁਡੀਸ਼ਰੀ ਨੂੰ ਤਾਂ ਕਿ ਉਹ ਲੋਕਾਂ ਦੇ ਰਾਈਟਸ ਜਿਹੜੇ ਆ ਪ੍ਰੋਟੈਕਟ ਕਰ ਸਕਣ, ਬਟ ਇਹ ਪਾਵਰ ਕਰਕੇ ਕੰਟੈਂਪਟ ਆਫ ਕੋਰਟ ਦੀ ਪਾਵਰ ਕਰਕੇ ਕਾਫੀ ਅਦਰ ਇਸ਼ੂਜ਼ ਜਿਹੜੇ ਆ ਇਮਰਜ ਹੋ ਰਿਹਾ ਹੈ। ਫਰਸਟਲੀ ਦੇਖੋ ਅੰਡਰ ਆਰਟੀਕਲ 19 ਇਹ ਆਪਣਾ ਫੰਡਾਮੈਂਟਲ ਰਾਈਟ ਹੈ ਕਿ ਆਪਾਂ ਫਰੀਲੀ ਸਪੀਚ ਨੂੰ ਐਕਸਰਸਾਈਜ਼ ਕਰ ਸਕੀਏ, ਫਰੀਲੀ ਆਪਦੇ ਓਪੀਨੀਅਨਸ ਨੂੰ ਐਕਸਪ੍ਰੈਸ ਕਰ ਸਕੀਏ। ਬਟ ਕਈ ਵਾਰ ਇਹ ਹੁੰਦਾ ਕਿ ਕੰਟੈਂਪਟ ਆਫ ਕੋਰਟ ਦੇ ਕਰਕੇ ਆਪਾਂ ਜਿਹੜਾ ਹੈ ਆਪਦੇ ਵਿਊਜ਼ ਓਪੀਨੀਅਨ ਜੁਡੀਸ਼ਰੀ ਦੇ ਰਿਗਾਰਡਿੰਗ ਜਿਹੜੇ ਹੈ ਓਪਨਲੀ ਨਹੀਂ ਪ੍ਰੈਜ਼ੈਂਟ ਕਰ ਸਕਦੇ, ਕਿਉਂਕਿ ਆਪਣੇ ਤੇ ਕਦੇ ਵੀ ਕੰਟੈਂਪਟ ਆਫ ਕੋਰਟ ਦਾ ਕੇਸ ਜਿਹੜਾ ਹੈ ਉਹ ਲੱਗ ਸਕਦਾ ਹੈ। ਤਾਂ ਮਤਲਬ ਇਹ ਕੰਟੈਂਪਟ ਆਫ ਕੋਰਟ ਦੀ ਪ੍ਰੋਵੀਜ਼ਨ ਜੋ ਹੈ ਇਹ ਇੰਡੀਅਨ ਸਿਟੀਜ਼ਨਸ ਦੇ ਫੰਡਾਮੈਂਟਲ ਰਾਈਟ ਨੂੰ ਓਬਸਟਰਕਟ ਕਰਦੀ ਹੈ। ਠੀਕ ਹੈ ਜੀ, ਇਹ ਫਰਸਟ ਇਸ਼ੂ ਹੈ ਇਹਦਾ। ਸੈਕੰਡਲੀ ਇਹਦਾ ਸਕੋਪ ਜਿਹੜਾ ਹੈ ਬਹੁਤ ਵਾਈਡ ਹੋ ਸਕਦਾ ਹੈ। ਜੁਡੀਸ਼ਰੀ ਕਿਸ ਵੀ ਚੀਜ਼ ਨੂੰ ਕੰਟੈਂਪਟ ਸਮਝ ਸਕਦੀ ਹੈ, ਆਪਦੀ ਉਲੰਘਣਾ ਸਮਝ ਸਕਦੀ ਹੈ ਵੀ ਇਹ ਐਬਸਟਰੈਕਟ ਕਨਸੈਪਟ ਹੈ, ਇਹਦੀ ਐਗਜ਼ੈਕਟ ਡੈਫੀਨੇਸ਼ਨ ਕਿਤੇ ਵੀ ਨਹੀਂ ਹੈ। ਠੀਕ ਹੈ ਜੀ, ਤਾਂ ਇਸੇ ਲਈ मतलब देखो जस्ट लेमैन एग्जाम्पल कोई ਪਰਸਨਲ ਅਗਰ ਲੜਾਈ ਵੀ ਹੋਵੇ ਤਾਂ ਵੀ ਜਿਹੜੀ ਜੁਡੀਸ਼ਰੀ ਹੈ ਕਿਸੇ ਦੇ ਅਗੇਂਸਟ ਕੰਟੈਂਪਟ ਦਾ ਪ੍ਰੋਵੀਜ਼ਨ ਲਾ ਸਕਦੀ ਹੈ, ਜਾਂ ਕਿਸੇ ਨੇ ਕੁਝ ਸਿੰਪਲ ਕ੍ਰਿਟਿਸਿਜ਼ਮ ਕੀਤੀ ਹੋਵੇ ਉਹਦੇ ਲਈ ਵੀ ਕੰਟੈਂਪਟ ਦਾ ਪ੍ਰੋਵੀਜ਼ਨ ਲੱਗ ਸਕਦਾ ਹੈ। ਤਾਂ ਇਸੇ ਲਈ ਇਹਦਾ ਸਕੋਪ ਜਿਹੜਾ ਅਨਡਿਫਾਈਨਡ ਹੋਣ ਕਰਕੇ ਕਾਫੀ ਇਸ਼ੂਜ਼ ਆਉਂਦੇ ਨੇ। ਠੀਕ ਹੈ ਜੀ, ਕੰਟੈਂਪਟ ਆਫ ਕੋਰਟ ਜਦ ਲੱਗ ਜਾਂਦਾ ਹੈ ਕਿਸੇ ਬੰਦੇ ਤੇ ਤਾਂ ਇਹਨੂੰ ਅੱਛਾ ਨਹੀਂ ਮੰਨਿਆ ਜਾਂਦਾ, ਉਹ ਬੰਦੇ ਦੀ ਫਰੀडम ਆਫ ਸਪੀਚ ਓਬਸਟਰਕਟ ਹੁੰਦੀ ਹੈ ਇਹਦੇ ਵਾਈਡ ਸਕੋਪ ਕਰਕੇ। ਠੀਕ ਹੈ ਜੀ, ਥਰਡ ਇਸ਼ੂ ਹੈ ਦੇਖੋ ਜੁਡੀਸ਼ਰੀ ਨੇ ਆਪ ਹੀ ਇੱਕ ਕੇਸ ਜਿਹੜਾ ਕਿ ਜਿਹਦਾ ਨਾਮ ਹੈ ਐਸ ਮੁਗੋਲਕਰ ਵਰਸਸ ਅਨਨੋਨ 1978 'ਚ ਇਹ ਕੇਸ ਸੀ। ਇਹ ਕੇਸਿਸ ਦੇ ਨਾਮ ਵਗੈਰਾ ਯਾਦ ਕਰਨ ਦੀ ਕੋਸ਼ਿਸ਼ ਕਰੋ, ਅਗਰ ਇਹ ਲਿਖਦੇ ਹੋ ਆਪਾਂ ਆਨਸਰ 'ਚ ਤਾਂ ਆਪਾਂ ਨੂੰ ਅੱਛੇ ਮਾਰਕਸ ਮਿਲਦੇ ਹੈ, ਐਡੀਸ਼ਨਲ ਮਾਰਕਸ ਮਿਲਦੇ ਹੈ। ਠੀਕ ਹੈ ਜੀ, ਇਹ ਕੇਸ 'ਚ ਖੁਦ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਜੁਡੀਸ਼ਰੀ ਜਿਹੜੀ ਹੈ ਫੇਅਰ ਕ੍ਰਿਟਿਸਿਜ਼ਮ ਤੋਂ ਦੂਰ ਨਹੀਂ ਰਹਿ ਸਕਦੀ। ਕੰਟੈਂਪਟ ਆਫ ਕੋਰਟ ਵਰਗੀਆਂ ਪ੍ਰੋਵੀਜ਼ਨਸ ਯੂਜ਼ ਕਰਕੇ ਤੁਸੀਂ ਲਿਮਿਟ ਨਹੀਂ ਕਰ ਸਕਦੇ ਕਿ ਤੁਹਾਡੀ ਕ੍ਰਿਟਿਸਿਜ਼ਮ ਹੋ। ਦੇਖੋ ਕੰਸਟਰਕਟਿਵ ਕ੍ਰਿਟਿਸਿਜ਼ਮ ਨਾਲ ਹੀ ਗਰੋਥ ਹੁੰਦੀ ਹੈ, ਕਿਸੇ ਵੀ ਇੰਡੀਵਿਜੂਅਲ ਦੀ ਵੀ ਕਿਸੇ ਵੀ ਇੰਸਟੀਟਿਊਸ਼ਨ ਦੀ ਵੀ। ਤਾਂ ਸੁਪਰੀਮ ਕੋਰਟ ਜਿਹੋ ਜਿਹਾ ਵੱਡਾ ਇੰਸਟੀਟਿਊਸ਼ਨ ਅਗਰ ਚਾਹੁੰਦਾ ਹੈ ਕਿ ਇਹ ਡਾਇਨਾਮਿਕ ਰਵੇ, ਇਹਦੀ ਗਰੋਥ ਹੋਵੇ, ਲੋਕ ਇਹ 'ਤੇ ਟਰਸਟ ਕਰਦੇ ਰਹਿਣ, ਤਾਂ ਥੋੜ੍ਹੀ ਬਹੁਤ ਕ੍ਰਿਟਿਸਿਜ਼ਮ ਤਾਂ ਅਲਾਓ ਕੀਤੀ ਜਾਣੀ ਚਾਹੀਦੀ ਹੈ। ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਕੰਟੈਂਪਟ ਆਫ ਕੋਰਟ ਨੂੰ ਆਪਾਂ ਨੂੰ ਥੋੜਾ ਰੀਲੁੱਕ ਕਰਨਾ ਚਾਹੀਦਾ ਹੈ। ਇਹ ਟੋਟਲੀ ਕ੍ਰਿਟਿਸਿਜ਼ਮ, ਫੇਅਰ ਕ੍ਰਿਟਿਸਿਜ਼ਮ, ਕੰਸਟਰਕਟਿਵ ਕ੍ਰਿਟਿਸਿਜ਼ਮ ਨੂੰ ਓਬਸਟਰਕਟ ਕਰ ਰਹੀ ਹੈ ਇਹ ਪ੍ਰੋਵੀਜ਼ਨ। ਠੀਕ ਹੈ ਜੀ, ਫਾਈਨਲੀ ਇਸ਼ੂ ਜਿਹੜਾ ਆ ਰਿਹਾ ਹੈ ਕਿ ਦੇਖੋ ਜੁਡੀਸ਼ਰੀ ਖੁਦ ਹੀ ਡਿਸਾਈਡ ਕਰਦੀ ਹੈ ਕਿ ਉਹਦਾ ਕੰਟੈਂਪਟ ਕਿਆ ਹੈ। ਠੀਕ ਹੈ, ਤਾਂ ਮਤਲਬ ਜੁਡੀਸ਼ਰੀ ਇਜ਼ ਬੀਇੰਗ ਜੱਜ ਆਫ देयर ਓਨ ਕੇਸ, ਤੇ ਇਹ ਆਪਣੇ ਨੈਚੁਰਲ ਜਸਟਿਸ ਦੇ ਪ੍ਰੋਵੀਜ਼ਨਸ ਦੇ ਅਗੇਂਸਟ ਹੈ। ਇੰਡੀਆ ਜਿਹੜਾ ਹੈ ਨੈਚੁਰਲ ਜਸਟਿਸ ਦੇ ਪ੍ਰਿੰਸੀਪਲਸ ਫੋਲੋ ਕਰਦਾ ਹੈ, ਜਿਹਦਾ ਇੱਕ ਪ੍ਰਿੰਸੀਪਲ ਹੈ ਕਿ ਕੋਈ ਵੀ ਬੰਦਾ ਆਪਦੇ ਕੇਸ ਦਾ ਖੁਦ ਜੱਜ ਨਹੀਂ ਬਣ ਸਕਦਾ। ਰਾਈਟ, ਉਹ ਤਾਂ ਆਪਦੇ ਫੇਵਰ 'ਚ ਹੀ ਡਿਸੀਜਨ ਦਊਗਾ ਨਾ। ਤਾਂ ਫਿਰ ਆ ਜਿਹੜੀ ਕੰਟੈਂਪਟ ਦੀ ਪ੍ਰੋਵੀਜ਼ਨ ਹੈ ਇਹ ਵੀ ਇਜ਼ ਲਾਈਕ ਜੁਡੀਸ਼ਰੀ ਐਕਟਿੰਗ ਐਜ਼ ਅ ਜੱਜ ਆਫ ਇਟਸ ਓਨ ਕੇਸ। ਤਾਂ ਇਸੇ ਲਈ ਵੀ ਆਪਾਂ ਨੂੰ ਕੰਟੈਂਪਟ ਵਾਲੀ ਕੰਟੈਂਪਟ ਆਫ ਕੋਰਟ ਦੀ ਪ੍ਰੋਵੀਜ਼ਨ ਵਿੱਚ ਚੇਂਜਿਸ ਕਰਨਾ, ਰਿਫਾਰਮਸ ਕਰਨ ਦੀ ਜ਼ਰੂਰਤ ਹੈ। ਰਾਈਟ, ਹੁਣ ਰਿਫਾਰਮ ਕਰ ਕਿਆ ਸਕਦੇ हैं, ਵੇ ਫॉरवर्ड क्या है। ਤਾਂ ਲਾਅ ਕਮਿਸ਼ਨ ਨੇ ਕਿਹਾ ਹੈ ਕਿ ਆਪਾਂ ਨੂੰ ਕੰਟੈਂਪਟ ਆਫ ਕੋਰਟ ਦੀ ਪ੍ਰੋਵੀਜ਼ਨਸ ਰੱਖਣੀਆਂ ਚਾਹੀਦੀਆਂ ਹੈ, ਕਿਉਂਕਿ ਇਹ ਇੰਡੀਪੈਂਡੈਂਟ ਜੁਡੀਸ਼ਰੀ ਦਾ ਇਨਸ਼ੋਰ ਕਰਦੀ ਹੈ ਕਿ ਕੰਟਰੀ ਵਿੱਚ ਜੁਡੀਸ਼ਰੀ ਜਿਹੜੀ ਹੈ ਉਹ ਇੰਪੈਕਟ ਨਾ ਹੋਵੇ, ਇੰਡੀਪੈਂਡੈਂਟ ਵੇ ਨਾਲ ਫੰਕਸ਼ਨਿੰਗ ਕਰਦੀ ਰਹੇ। ਬਟ ਲਾਅ ਕਮਿਸ਼ਨ ਇਹ ਵੀ ਕਹਿੰਦੀ ਹੈ ਕਿ ਆਪਾਂ ਨੂੰ ਕਲੀਅਰ ਕੱਟ ਡੈਫੀਨੇਸ਼ਨ ਦੇਣੀ ਚਾਹੀਦੀ ਹੈ ਕੰਟੈਂਪਟ ਆਫ ਕੋਰਟ ਦੀ। ਠੀਕ ਹੈ, ਵਿਲਫੁਲ ਡਿਸਓਬੀਡੀਐਂਸ ਕਿਆ ਹੁੰਦਾ ਹੈ, ਕੋਰਟ ਦੀ ਅਬਿਮਾਨਨਾ ਕਰਨਾ ਹੁੰਦਾ ਕਿਆ ਹੈ, ਉਹ ਕਲੀਅਰਲੀ ਐਕਸਪਲੇਨ ਹੋਣਾ ਚਾਹੀਦਾ ਹੈ ਤਾਂ ਕਿ ਇਹਦਾ ਸਕੋਪ ਲਿਮਿਟ ਕੀਤਾ ਜਾ ਸਕੇ। ਐਵੇਂ ਨਹੀਂ ਕਿ ਜੁਡੀਸ਼ਰੀ ਜਿਹੜੀ ਹੈ ਫੇਅਰ ਕ੍ਰਿਟਿਸਿਜ਼ਮ ਨੂੰ ਸਹਿਣ ਨਾ ਕਰੇ, ਐਵੇਂ ਨਹੀਂ ਹੈ ਕਿ ਜੁਡੀਸ਼ਰੀ ਜਿਹੜੀ ਹੈ ਫਰੀडम ਆਫ ਸਪੀਚ ਨੂੰ ਓਬਸਟਰਕਟ ਕਰ ਸਕੇ। ਇਸੇ ਲਈ ਕਲੀਅਰ ਡੈਫੀਨੇਸ਼ਨ ਦੇ ਦਿੱਤੀ ਜਾਵੇ, ਬਟ ਚਾਹੇ ਆਪਾਂ ਕੰਟੈਂਪਟ ਦੀ ਪ੍ਰੋਵੀਜ਼ਨਸ ਰੱਖੀਏ ਆਪਦੇ ਨਾਲ ਆਪਦੇ ਲਾਅਸ ਦੇ ਵਿੱਚ। ਠੀਕ ਹੈ ਜੀ, ਇਹ ਹੈ ਬਸ ਕੰਟੈਂਪਟ ਦੇ ਅਕੋਰਡਿੰਗ, ਕੋਡ ਆਫ ਕੰਟੈਂਪਟ ਜਾਂ ਕੰਟੈਂਪਟ ਆਫ ਕੋਰਟ ਦੀ ਪ੍ਰੋਵੀਜ਼ਨਸ ਦੇ ਰਿਗਾਰਡਿੰਗ। ਇਹ ਤੇ ਪ੍ਰੀ ਦਾ ਕੁਐਸਚਨ ਆਵੇ ਚਾਹੇ ਮੇਨਸ ਦਾ, ਤੁਸੀਂ ਇਸ ਡਿਸਕਸ਼ਨ ਤੋਂ ਬਾਅਦ ਯੂ ਵਿਲ ਬੀ ਏਬਲ ਟੂ ਡੂ दैट। ठीक है जी, नेक्स्ट छोटू जो टॉपिक है अपना, एक पेड़ देश के नाम ड्राइव इन नवा शहर।
ਠੀਕ ਹੈ ਜੀ। ਇਹ ਐਕਚੁਅਲੀ ਜਿਹੜੇ ਨਵਾਂ ਸ਼ਹਿਰ ਦੇ ਡੀਸੀ ਨੇ ਨਵਜੋਤਪਾਲ ਸਿੰਘ ਰੰਧਾਵਾ ਜੀ, ਉਹਨਾਂ ਨੇ ਇਹ ਇੱਕ ਪ੍ਰੋਗਰਾਮ ਏਫੋਰੈਸਟੇਸ਼ਨ ਦਾ ਤੁਸੀਂ ਕਹਿ ਸਕਦੇ ਹੋ, ਟਰੀਜ਼ ਲਗਾਉਣ ਦੇ ਪ੍ਰੋਗਰਾਮ ਇਹ ਜਿਹੜਾ ਲਾਂਚ ਕੀਤਾ ਹੈ। ਤਾਂ ਪੰਜਾਬ ਪੀਸੀਐਸ ਦੀ ਜੋ ਲੋਕ ਤਿਆਰੀ ਕਰ ਰਹੇ ਆ ਉਹਨਾਂ ਨੂੰ ਪਤਾ ਹੈ ਕਿ GS4 ਚ ਪ੍ਰੋਬਲਮ ਸੋਲਵਿੰਗ ਦਾ ਵੀ ਕੁਐਸਚਨਸ ਆਉਂਦੇ ਨੇ, ਜਿਸ 'ਚ ਤੁਹਾਨੂੰ ਕੇਸ ਸਟੱਡੀਜ਼ ਵਗੈਰਾ ਦੇ ਦਿੱਤੀਆਂ ਜਾਂਦੀਆਂ ਤੇ ਤੁਹਾਡੇ ਤੋਂ ਸਟੈਪਸ ਪੁੱਛੇ ਜਾਂਦੇ ਆ ਕਿ ਐਜ਼ ਐਨ ਆਫਿਸਰ ਤੁਸੀਂ ਕਿਆ ਸਟੈਪਸ ਲਓਗੇ। ਤਾਂ ਉੱਥੇ ਤੁਸੀਂ ਇਹੋ ਜਿਹੀ ਐਗਜ਼ਾਮਪਲਸ ਯੂਜ਼ ਕਰ ਸਕਦੇ ਹੋ ਕਿ ਜਿਵੇਂ ਨਵਾਂ ਸ਼ਹਿਰ ਦੇ ਡੀਸੀ ਜੀ ਨੇ ਇੱਕ ਦੇਸ਼ ਇੱਕ ਪੇੜ ਦੇਸ਼ ਕੇ ਨਾਮ ਡਰਾਈਵ ਇਨਵਾਇਰਮੈਂਟਲ ਪ੍ਰੋਟੈਕਸ਼ਨ ਲਈ ਚਲਾਈ ਹੈ, ਇਸ ਤਰੀਕੇ ਦੇ ਮੈਜਰਸ ਮੈਂ ਵੀ ਲਾਉਂਗੀ ਆਪਦੇ ਡਿਸਟ੍ਰਿਕਟ ਵਿੱਚ। ਠੀਕ ਹੈ, ਇਹ ਤੁਸੀਂ ਐਗਜ਼ਾਮਪਲਸ ਯੂਜ਼ ਕਰ ਸਕਦੇ ਹੋ ਆਪਦੇ ਆਨਸਰਸ ਲਿਖਦੇ ਹੋਏ ਪ੍ਰੋਬਲਮ ਸੋਲਵਿੰਗ ਦੀ ਕੇਸ ਸਟੱਡੀਜ਼ 'ਚ ਐਂਡ ਈਵਨ ਗਵਰਨੈਂਸ ਦੇ ਕੁਐਸਚਨਸ 'ਚ। ਜਿਵੇਂ ਗੁੱਡ ਗਵਰਨੈਂਸ ਦਾ ਅਗਰ ਤੁਹਾਨੂੰ ਕੋਈ ਕੁਐਸਚਨ ਆਵੇ ਉੱਥੇ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਐਗਜ਼ਾਮਪਲ ਯੂਜ਼ ਕੀਤੀ ਜਾ ਸਕਦੀ ਹੈ। ਰਾਈਟ, ਨੈਕਸਟ ਆਪਣਾ ਟੌਪਿਕ ਹੈ ਇੰਪੋਰਟੈਂਟ, ਇੰਡੀਆ ਟੂ ਸੈਟ ਅਪ ਗਲੋਬਲ ਸਾਊਥ ਸੈਂਟਰ ਆਫ ਐਕਸੀਲੈਂਸ PM ਮੋਦੀ। ਤਾਂ ਤੁਹਾਨੂੰ ਪਤਾ ਹੀ ਆਪਾਂ ਡਿਸਕਸ ਕਰ ਚੁੱਕੇ ਆਲਰੇਡੀ, ਵੌਇਸ ਆਫ ਗਲੋਬਲ ਸਾਊਥ ਸਮਿਟ ਚੱਲ ਰਿਹਾ ਹੈ, ਬਹੁਤ ਇੰਪੋਰਟੈਂਟ, ਜਿਹਦੀ ਥੀਮ ਹੈ ਯੂਨਿਟੀ ਆਫ ਵੌਇਸ ਯੂਨਿਟੀ ਆਫ ਪਰਪਸ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੈ ਇਸ ਸਾਲ ਲਈ। G20 ਦੇ ਅੰਡਰ ਕੰਡਕਟ ਹੋ ਰਿਹਾ ਹੈ, 2023 ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਇੰਡੀਆ ਦੇ ਅੰਡਰ ਹੈ, ਇਸ ਲਈ ਸਮਿਟਸ ਜਿਹੜੇ ਹੈ G20 ਦੇ ਅੰਡਰ ਜਿਹੜੇ ਵੀ ਹੋ ਰਹੇ ਆ ਆਪਣੇ ਲਈ ਕਾਫੀ ਇੰਪੋਰਟੈਂਟ ਨੇ। ਤਾਂ ਮੈਂ 12-13 ਦੀ ਡਿਸਕਸ਼ਨ 'ਚ ਆਲਰੇਡੀ ਇਹ ਡਿਸਕਸ ਕਰ ਚੁੱਕੀ, ਉਹ ਵੀਡੀਓ ਵੀ ਜਾ ਕੇ ਚੈੱਕ ਕਰੋ ਫॉर डिटेल्ड डिस्कशन ਜਿਹਨੇ ਨਹੀਂ ਦੇਖੀ ਹਜੇ। ਠੀਕ ਹੈ, ਹੁਣ ਗਲੋਬਲ ਸਾਊਥ ਕਿਆ ਹੈ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਬਸ ਇਹ ਮੈਪ 'ਚ ਤੁਹਾਨੂੰ ਦਿਖਾਉਣਾ ਚਾਹ ਰਹੀ ਹਾਂ। ਜਿੰਨਾ ਵੀ ਤੁਸੀਂ ਸ਼ੇਡਡ ਕਲਰਡ ਪੋਰਸ਼ਨ ਦੇਖ ਰਹੇ ਹੋ, ਪਿੰਕ ਪੋਰਸ਼ਨ ਦੇਖ ਰਹੇ ਹੋ, ਇਹ ਹੈ ਗਲੋਬਲ ਸਾਊਥ। ਬੇਸਿਕਲੀ ਉਹ ਕੰਟਰੀਜ਼ ਸਦਰਨ ਹੈਮਸਫੇਅਰ ਦੀਆਂ ਜਿਹੜੀਆਂ ਕਿ ਹਜੇ ਡਿਵੈਲਪਿੰਗ ਨੇ ਜਾਂ ਲੀਸਟ ਡਿਵੈਲਪਡ ਦੀ ਕੈਟਾਗਰੀ ਵਿੱਚ ਆਉਂਦੀਆਂ ਨੇ। ਕਹਿਣ ਦਾ ਮਤਲਬ ਹੈ ਕਿ ਇਹ ਹਜੇ ਪ੍ਰੋਗਰੈਸ ਜਾਂ ਇਕਨੋਮਿਕ ਗਰੋਥ ਦੇ ਪਾਥ ਤੇ ਮੂਵ ਕਰ ਰਹੀਆਂ ਨੇ। ਰਾਈਟ, ਇਹਨਾਂ ਦੇ ਵਿੱਚ ਕਾਮਨ ਪ੍ਰੋਬਲਮਸ ਨੇ ਜਿਵੇਂ ਕਿ ਪਾਵਰਟੀ, ਇਲਿਟਰੇਸੀ ਹੋ ਗਿਆ, ਮਾਲ ਨਿਊਟ੍ਰੀਸ਼ਨ ਹੋ ਗਈ, ਤੁਹਾਡੀ ਕਲਾਈਮੇਟ ਚੇਂਜ ਦਾ ਚੈਲੰਜ ਹੋ ਗਿਆ। ਤਾਂ ਇਹ ਜਿਹੜੀਆਂ ਕੰਟਰੀਜ਼ ਨੇ ਹਜੇ ਆਪਦੀ ਡਿਵੈਲਪਮੈਂਟ ਤੇ ਸੋਸ਼ਲ ਇੰਡੀਕੇਟਰਸ ਨੂੰ ਇੰਪਰੂਵ ਕਰਨ ਤੇ ਹਜੇ ਵਰਕ ਕਰ ਰਹੀਆਂ ਨੇ। ਠੀਕ ਹੈ ਜੀ, ਇਹ ਗਲੋਬਲ ਸਾਊਥ ਕਿਹਾ ਜਾਂਦਾ ਹੈ ਤੇ ਇੰਡੀਆ ਇਸ ਰੀਜਨ ਦੀ ਲੀਡਰਸ਼ਿਪ ਲੈਣਾ ਚਾਹੁੰਦਾ ਹੈ, ਇਸ ਰੀਜਨ ਦੇ ਰਾਈਟਸ ਇੰਸ਼ੋਰ ਕਰਨਾ ਚਾਹੁੰਦਾ ਹੈ ਬੀਇੰਗ ਦੀ ਮੈਂਬਰ ਆਫ ਦਿਸ ਰੀਜਨ। ठीक है, इसीलिए ये समिट भी इंडिया ने कंडक्ट कराया है, वॉइस ऑफ ग्लोबल साउथ समिट, ताकि सदਰਨ नेशनस ਦੀ सदਰਨ ਹੈਮਿਸਫੇਅਰ ਦੇ नेशनस ਦੀ ਇੰਟਰਸਟ ਨੂੰ ਇੰਸ਼ੋਰ ਕੀਤਾ ਜਾ ਸਕੇ। ਠੀਕ ਹੈ ਜੀ, ਹੁਣ ਇਸੇ ਸਮਿਟ ਦੇ ਅੰਡਰ ਕੁਝ ਨਵੇਂ ਅਨਾਉਂਸਮੈਂਟਸ ਕੀਤੀਆਂ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ। ਉਹਨਾਂ ਨੇ ਕਿਹਾ ਹੈ ਕਿ ਅਸੀਂ ਇੱਕ ਗਲੋਬਲ ਸੈਂਟਰ ਆਫ ਐਕਸੀਲੈਂਸ ਕ੍ਰੀਏਟ ਕਰਾਂਗੇ। ਕਿਉਂ? ਤਾਂ ਕਿ ਜਿੰਨੀ ਵੀ ਗਲੋਬਲ ਸਾਊਥ ਦੇ ਇਸ਼ੂਜ਼ ਹੈ ਉਹਨਾਂ ਇਸ਼ੂਜ਼ ਤੇ ਰਿਸਰਚ ਕੀਤੀ ਜਾ ਸਕੇ ਤੇ ਅਗਰ ਜਿੰਨਾ ਵੀ ਕੰਟਰੀਜ਼ ਦੀ ਬੈਸਟ ਪ੍ਰੈਕਟਿਸਿਸ ਹੈ ਇਹ ਗਲੋਬਲ ਸਾਊਥ 'ਚ ਉਹ ਸ਼ੇਅਰ ਕੀਤੀਆਂ ਜਾ ਸਕਣ। ਠੀਕ ਹੈ ਜੀ, ਫੋਰ ਐਗਜ਼ਾਮਪਲ ਸਮਝ ਲਓ ਕਿ ਇੰਡੀਆ ਨੇ ਐਡੂਕੇਸ਼ਨ ਨੂੰ ਸੋਲਵ ਕਰਨ ਲਈ ਅਗਰ ਕੋਈ ਇਨੀਸ਼ੀਏਟਿਵ ਲਿੱਤਾ ਹੈ ਜਿਹੜਾ ਕਿ ਬਹੁਤ ਹੀ ਸਕਸੈਸਫੁਲ ਹੋਇਆ ਇੰਡੀਆ ਦੇ ਵਿੱਚ, ਤਾਂ ਇੰਡੀਆ ਉਹ ਸਾਰਾ ਇਨੀਸ਼ੀਏਟਿਵ, ਉਹ ਬੈਸਟ ਪ੍ਰੈਕਟਿਸ ਜਿਹੜੀ ਹੈ ਬਾਕੀ ਸਾਰੀ ਸਾਊਥ ਦੀ ਕੰਟਰੀਜ਼ ਨਾਲ ਸ਼ੇਅਰ ਕਰੂਗਾ ਤਾਂ ਕਿ ਉਹ ਕੰਟਰੀਜ਼ ਵੀ ਉਹ ਸੋਲਿਊਸ਼ਨ ਆਪਦੀ ਕੰਟਰੀ ਵਿੱਚ ਇੰਪਲੀਮੈਂਟ ਕਰਕੇ ਐਡੂਕੇਸ਼ਨ ਸੈਕਟਰ ਵਿੱਚ ਇੰਪਰੂਵਮੈਂਟ ਲਿਆ ਸਕਣ। ਠੀਕ ਹੈ ਜੀ, ਸੈਂਟਰ ਆਫ ਐਕਸੀਲੈਂਸ ਫॉर ਰਿਸਰਚ ਐਂਡ ਡਿਵੈਲਪਮੈਂਟ ਐਂਡ ਸ਼ੇਅਰਿੰਗ ਆਫ ਬੈਸਟ ਪ੍ਰੈਕਟਿਸਿਸ ਤੁਸੀਂ ਕਹਿ ਸਕਦੇ ਹੋ। ਇਹ ਫਰਸਟ ਜਿਹੜਾ ਹੈ ਡਿਸੀਜਨ ਜਾਂ ਇਹ ਫਰਸਟ ਇਨੀਸ਼ੀਏਟਿਵ ਇੰਡੀਆ ਨੇ ਲਿੱਤਾ ਹੈ। ਸੈਕਿੰਡ ਇਨੀਸ਼ੀਏਟਿਵ ਸਾਇੰਸ ਐਂਡ ਟੈਕਨੋਲੋਜੀ ਇਨੀਸ਼ੀਏਟਿਵ ਲਿੱਤਾ ਹੈ। ਇੰਡੀਆ ਕਹਿ ਰਿਹਾ ਕਿ ਇੰਡੀਆ ਨੇ ਬਹੁਤ ਸਾਰੀ ਪ੍ਰੋਗਰੈਸ ਕਰ ਲਈ ਹੈ ਸਪੇਸ ਟੈਕਨੋਲੋਜੀ ਦੇ ਅੰਦਰ, ਨਿਊਕਲੀਅਰ ਟੈਕਨੋਲੋਜੀ ਦੇ ਅੰਦਰ, ਤਾਂ ਹੁਣ ਇੰਡੀਆ ਇਹ ਸਾਰੀ ਪ੍ਰੋਗਰੈਸ ਜਿਹੜੀ ਹੈ ਆਪਦੀ ਦੂਸਰੀ ਸਾਊਥ ਦੀ ਕੰਟਰੀਜ਼ ਨਾਲ ਸ਼ੇਅਰ ਕਰੇਗੀ ਅੰਡਰ ਸਾਇੰਸ ਐਂਡ ਟੈਕਨੋਲੋਜੀ ਇਨੀਸ਼ੀਏਟਿਵ। ਠੀਕ ਹੈ ਜੀ, ਨੈਕਸਟ ਇਨੀਸ਼ੀਏਟਿਵ ਜੋ ਇੰਡੀਆ ਨੇ ਲਿੱਤਾ ਹੈ ਦੈਟ ਇਜ਼ ਔਨ ਮੈਡੀਕਲ ਸਪਲਾਈਜ਼। ਠੀਕ ਹੈ, ਇੰਡੀਆ ਜਿਹੜਾ ਹੈ ਤੁਹਾਨੂੰ ਪਤਾ ਹੈ ਫਾਰਮੇਸੀ ਆਫ ਦੀ ਵਰਲਡ ਵੀ ਕਿਹਾ ਜਾਂਦਾ ਹੈ ਇੰਡੀਆ ਨੂੰ, ਲਾਰਜੈਸਟ ਇੰਡਸਟਰੀ ਆ ਫਾਰਮਾਸਿਊਟੀਕਲ ਪ੍ਰੋਡਕਸ਼ਨ ਦੀ। ਤਾਂ ਇੰਡੀਆ ਨੇ ਕੋਵਿਡ 'ਚ ਦੇਖੋ ਵੈਕਸੀਨ ਮੈਤਰੀ ਪ੍ਰੋਗਰਾਮ ਵੀ ਚਲਾਇਆ ਸੀ ਤੇ ਆਲਮੋਸਟ 100 ਕੰਟਰੀਜ਼ ਨੂੰ ਇਸ ਪ੍ਰੋਗਰਾਮ ਦੇ ਅੰਡਰ ਵੈਕਸੀਨ ਸਪੋਰਟ ਦਿੱਤੀ ਸੀ। ਰਾਈਟ, ਹੁਣ ਇੰਡੀਆ ਨਵਾਂ ਪ੍ਰੋਗਰਾਮ ਲਾਂਚ ਕਰ ਰਿਹਾ ਹੈ ਜਿਹਦਾ ਨਾਮ ਹੈ ਆਰੋਗਿਆ ਮੈਤਰੀ, ਤਾਂ ਕਿ ਅਗੇਨ ਗਲੋਬਲ ਸਾਊਥ ਦੀ ਕੰਟਰੀਜ਼ ਨੂੰ ਮੇਡ ਇਨ ਇੰਡੀਆ ਵੈਕਸੀਨਸ ਤੋਂ ਉਹਨਾਂ ਨੂੰ ਸਪੋਰਟ ਕੀਤੀ ਜਾ ਸਕੇ। ਅਸੈਂਸ਼ੀਅਲ ਮੈਡੀਕਲ ਸਪਲਾਈਜ਼ ਜਿਹੜੀਆਂ ਹੈ ਸਾਰੀ ਡਿਵੈਲਪਿੰਗ ਕੰਟਰੀਜ਼ ਨੂੰ ਪ੍ਰੋਵਾਈਡ ਕੀਤੀਆਂ ਜਾ ਸਕਣ।
ਰਾਈਟ। ਨੈਕਸਟ ਇੰਪੋਰਟੈਂਟ ਇਨੀਸ਼ੀਏਟਿਵ ਜਿਹੜਾ ਲੈਣਾ ਚਾਹ ਰਿਹਾ ਹੈ ਇੰਡੀਆ, ਗਲੋਬਲ ਸਾਊਥ ਯੰਗ ਡਿਪਲੋਮੈਟਸ ਫੋਰਮ। ਠੀਕ ਹੈ, ਆਪਣੇ ਜਿਹੜੇ ਯੰਗ ਡਿਪਲੋਮੈਟਸ ਹੈ ਉਹ ਇਕੱਠੇ ਕੋਆਪਰੇਟ ਕਰ ਸਕਣ, ਸਾਰੀ ਕੰਟਰੀ ਗਲੋਬਲ ਸਾਊਥ ਦੀ ਕੰਟਰੀਜ਼ ਦੇ ਵਿੱਚ ਕੋਆਪਰੇਸ਼ਨ ਬਣਾਉਣ, ਸਾਂਝਾ ਓਬਜੈਕਟਿਵ ਬਣਾਉਣ, ਸਾਂਝਾ ਪਰਪਸ ਬਣਾਉਣ, ਸਾਂਝੀ ਵੌਇਸ ਇੰਟਰਨੈਸ਼ਨਲ ਲੈਵਲ ਤੇ ਪ੍ਰੈਜ਼ੈਂਟ ਕਰਨ। ਠੀਕ ਹੈ ਜੀ, ਇਹ ਨੈਕਸਟ ਇਨੀਸ਼ੀਏਟਿਵ ਹੈ। ਫਾਈਨਲੀ ਗਲੋਬਲ ਸਾਊਥ ਸਕੋਲਰਸ਼ਿਪਸ। ਠੀਕ ਹੈ, ਇੰਡੀਆ ਜਿਹੜਾ ਹੈ ਸਕੋਲਰਸ਼ਿਪਸ ਪ੍ਰੋਵਾਈਡ ਕਰੂਗਾ ਸਟੂਡੈਂਟਸ ਨੂੰ ਫਰੋਮ ਡਿਵੈਲਪਿੰਗ ਕੰਟਰੀਜ਼ ਅੰਡਰ ਦਿਸ ਇਨੀਸ਼ੀਏਟਿਵ। ਬੇਸਿਕਲੀ ਸਾਰੇ ਸਟੈਪਸ ਲਿੱਤੇ ਜਾ ਰਹੇ ਨੇ ਇੰਡੀਆ ਦਾ ਗਲੋਬਲ ਸਾਊਥ ਨਾਲ ਰਿਲੇਸ਼ਨ ਜਿਹੜਾ ਹੈ ਸਟਰੋਂਗ ਕਰਨ ਲਈ। ਇੰਡੀਆ ਗਲੋਬਲ ਸਾਊਥ ਦੀ ਲੀਡਰਸ਼ਿਪ ਅਟੇਨ ਕਰ ਰਿਹਾ ਹੈ, ਤਾਂ ਇਸੇ ਲਈ ਇਹ ਸਾਰੇ ਇਨੀਸ਼ੀਏਟਿਵਸ ਵੀ ਲਾਂਚ ਕੀਤੇ ਨੇ। ਗਲੋਬਲ ਸਾਊਥ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ, ਰੀਫਿਗਰ ਹੋ ਰਿਹਾ ਹੈ ਕਾਫੀ ਦੇਰ ਤੋਂ, ਤਾਂ ਤੁਸੀਂ 12-13 ਉਹਦੇ ਨੋਟਸ ਬਣਾਓ। ਇਨ ਐਡੀਸ਼ਨ ਟੂ ਦੈਟ ਆਹ 5 ਇਨੀਸ਼ੀਏਟਿਵਸ ਬਾਰੇ ਵੀ ਯਾਦ ਰੱਖਣਾ ਹੈ ਜੋ ਇੰਡੀਆ ਨੇ ਲਾਂਚ ਕੀਤੇ, ਇੰਟਰੋਡਿਊਸ ਕੀਤੇ ਹੈ। ਠੀਕ ਹੈ ਜੀ, ਨੈਕਸਟ ਇੰਪੋਰਟੈਂਟ ਆਈਟਮ ਹੈ ਆਪਣੀ ਨਿਊਜ਼ ਦੀ, ਲਕਸ਼ਦ੍ਵੀਪ MP ਡਿਸਕੁਆਲੀਫਾਈਡ ਫਰੋਮ ਲੋਕ ਸਭਾ। ਤਾਂ ਇਸ ਨਿਊਜ਼ 'ਚ ਆਪਣੇ ਲਈ ਜੋ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਹੈ ਡਿਸਕੁਆਲੀਫਿਕੇਸ਼ਨ। ਡਿਸਕੁਆਲੀਫਿਕੇਸ਼ਨ MPs ਦੀ ਕਿਆ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਹ ਆਪਣੇ ਲਈ ਦੇਖਣਾ ਜ਼ਰੂਰੀ ਹੈ। ਠੀਕ ਹੈ, ਇਸ ਤੇ ਪ੍ਰੀਲਿਮਸ ਦੇ ਕੁਐਸਚਨ ਬਹੁਤ ਈਜ਼ੀਲੀ ਆ ਸਕਦੇ ਹੈ, ਈਵਨ UPSC 'ਚ ਤਾਂ ਮੇਨਸ ਤੇ ਵੀ ਕੁਐਸਚਨ ਇਹ ਤੇ ਆਇਆ ਹੈ 2020 ਦੇ ਵਿੱਚ, ਤਾਂ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਤਾਂ ਦੇਖੋ, ਅਕੋਰਡਿੰਗ ਟੂ ਕੌਨਸਟੀਟਿਊਸ਼ਨਸ ਆਰਟੀਕਲ 102 ਆਰਟੀਕਲ ਦੇ ਅਕੋਰਡਿੰਗ ਕੁਛ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਦਿੱਤੇ ਗਏ ਹੈ। ਜਿਹੜਾ MP ਹੈ ਉਹਨੂੰ ਕਿਸ ਗਰਾਊਂਡਸ ਤੇ ਤੁਸੀਂ ਐਜ਼ MP ਡਿਸਕੁਆਲੀਫਾਈ ਕਰ ਸਕਦੇ ਹੋ ਲੋਕ ਸਭਾ ਦੇ ਵਿੱਚ। ਇਹਨੇ 5 ਗਰਾਊਂਡਸ ਪ੍ਰੋਵਾਈਡ ਕੀਤੇ ਆ। ਤੁਸੀਂ ਕਹਿ ਸਕਦੇ ਹੋ ਅਗਰ MP ਕੋਲ ਆਫਿਸ ਆਫ ਪ੍ਰੋਫਿਟ ਕੋਈ ਹੋਲਡ ਕਰਦਾ ਹੈ ਗਵਰਨਮੈਂਟ ਦੀ ਅੰਡਰ, ਫਰਸਟਲੀ ਤਾਂ ਤੁਸੀਂ ਡਿਸਕੁਆਲੀਫਾਈ ਕਰ ਸਕਦੇ ਹੋ। ਸੈਕਿੰਡ, ਅਗਰ MP ਅਨਸਾਊਂਡ ਮਾਈਂਡ ਦਾ ਹੈ, ਅਗਰ ਇਹ ਪ੍ਰੂਵ ਕੀਤਾ ਜਾ ਸਕਦਾ ਹੈ ਕਿ ਕੁਝ ਮੈਂਟਲ ਇਸ਼ੂਜ਼ ਹੈ ਉਸ MP ਦੇ, ਤਾਂ ਵੀ ਆਪਾਂ ਉਹਨੂੰ ਐਜ਼ ਅ ਪਾਰਲੀਮੈਂਟੇਰੀਅਨ ਨਹੀਂ ਬਿਠਾ ਕੇ ਰੱਖ ਸਕਦੇ ਨਾ, ਤਾਂ ਵੀ ਆਪਾਂ ਉਹਨਾਂ ਨੂੰ ਡਿਸਕੁਆਲੀਫਾਈ ਕਰ ਸਕਦੇ ਹਾਂ। ਥਰਡਲੀ, ਇਨ ਡਿਸਚਾਰਜ ਇਨਸੋਲਵੈਂਟ ਦਾ ਮਤਲਬ ਹੈ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਫੇਸ ਕਰ ਰਿਹਾ ਉਹ MP ਜਿਹੜਾ ਹੈ, ਫਾਈਨੈਂਸ਼ੀਅਲੀ ਅਨਸਟੇਬਲ ਹੈ, ਤਾਂ ਉਹ ਤੁਹਾਡੇ ਲਈ ਲਾਅ ਵੀ ਜਿਹੜਾ ਹੈ ਸਟੇਬਲੀ ਨਹੀਂ ਬਣਾ ਸਕਦਾ, ਇਸੇ ਲਈ ਇਹ ਉਹਨੂੰ ਡਿਸਕੁਆਲੀਫਾਈ ਕਰਨ ਦਾ ਗਰਾਊਂਡ ਆਪਾਂ ਯੂਜ਼ ਕਰ ਸਕਦੇ ਹਾਂ ਅਕੋਰਡਿੰਗ ਟੂ ਦੀ ਕੌਨਸਟੀਟਿਊਸ਼ਨ। ਫੋਰਥਲੀ, ਅਗਰ MP ਜਿਹੜਾ ਹੈ ਆਪਣਾ ਸਿਟੀਜ਼ਨ ਹੀ ਨਹੀਂ ਰਹਾ, ਜਾਂ ਤਾਂ ਆਪਾਂ ਨੇ ਹੀ ਉਹਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਦੇਣੀ ਬੰਦ ਕਰਤੀ, ਜਾਂ ਉਹਨੇ ਖੁਦ ਗਿਵ ਅਪ ਕਰਤੀ। ਠੀਕ ਹੈ, ਇੰਡੀਆ 'ਚ ਸਿੰਗਲ ਸਿਟੀਜ਼ਨਸ਼ਿਪ ਹੈ, ਅਗਰ MP ਜਾ ਕੇ ਕੈਨੇਡਾ 'ਚ ਬਸ ਜੇ ਤੇ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲੇ ਤਾਂ ਇੰਡੀਆ ਦਾ ਉਹ ਸਿਟੀਜ਼ਨ ਰਹਿਣਾ ਹੀ ਨਹੀਂ। ਤੇ ਸਿਟੀਜ਼ਨ ਹੋਣਾ ਇੰਪੋਰਟੈਂਟ ਕੁਆਲੀਫਿਕੇਸ਼ਨ ਹੈ ਫॉर ਬੀਇੰਗ ਐਨ MP, ਐਂਡ ਅਗਰ ਉਹ ਸਿਟੀਜ਼ਨ ਹੀ ਨਹੀਂ ਰਿਹਾ ਹੈ ਤਾਂ ਉਹ ਆਪਣੇ ਆਪ ਜਿਹੜਾ ਹੈ ਡਿਸਕੁਆਲੀਫਾਈ ਹੋ ਜਾਏਗਾ। ਠੀਕ ਹੈ, ਫਾਈਨਲੀ ਕੌਨਸਟੀਟਿਊਸ਼ਨ ਪਾਰਲੀਮੈਂਟ ਅਗਰ ਕੋਈ ਵੀ ਲਾਅ ਬਣਾ ਕੇ ਕੁਝ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਪ੍ਰੋਵਾਈਡ ਕਰਦੀ ਹੈ ਤਾਂ ਉਹਨਾਂ ਬੇਸਿਸ ਤੇ ਵੀ MP ਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ। ਰਾਈਟ, ਤੇ ਇਸੇ ਪ੍ਰੋਵੀਜ਼ਨ ਦੇ ਅੰਡਰ ਆਪਣੀ ਇੰਡੀਅਨ ਪਾਰਲੀਮੈਂਟ ਨੇ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਪਾਸ ਕੀਤੀ ਹੈ, ਜਿਹਦੇ ਅੰਡਰ ਹੋਰ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਪ੍ਰੋਵਾਈਡ ਕੀਤੇ ਨੇ। ਆ 4 ਤਾਂ ਜਿਹੜੇ ਨੇ ਇਹ ਤੁਹਾਡੇ ਕੌਨਸਟੀਟਿਊਸ਼ਨ ਵਿੱਚ ਨੇ, ਬਾਕੀ ਹੋਰ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਆਣਗੇ ਜਿਹੜੇ ਕਿ ਤੁਹਾਡੇ ਇਸ ਐਕਟ ਦੇ ਵਿੱਚ ਹੋਣਗੇ। ਠੀਕ ਹੈ, ਉਹ ਕੌਨਸਟੀਟਿਊਸ਼ਨਲ ਨਹੀਂ, ਉਹ ਸਟੇਚੂਟਰੀ ਗਰਾਊਂਡਸ ਨੇ, ਇਹ ਕੌਨਸਟੀਟਿਊਸ਼ਨਲ ਗਰਾਊਂਡਸ ਨੇ 4। ਠੀਕ ਹੈ, ਇਸ ਤੇ ਕੁਐਸਚਨ ਬਣਦਾ ਹੈ, ਡਿਫਰੈਂਸ ਧਿਆਨ ਨਾਲ ਸਮਝੋ ਤੇ ਯਾਦ ਰੱਖੋ। ਨਾਓ, ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਕਰਨ ਤੋਂ ਪਹਿਲਾਂ ਆਪਾਂ ਬੇਸਿਕ ਦੇਖ ਲਈਏ ਕਿ ਸਾਡੀ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਵਿੱਚ ਕਿਆ-ਕਿਆ ਪ੍ਰੋਵੀਜ਼ਨਸ ਨੇ। ਠੀਕ ਹੈ, ਇਹਨੂੰ ਯਾਦ ਕਰਨ ਲਈ ਤੁਸੀਂ ਆ ਨਿਮੋਨਿਕ ਯਾਦ ਰੱਖ ਸਕਦੇ ਹੋ, ਕਾਰ ਕੋਪ। ਠੀਕ ਹੈ, ਇਸ 'ਚ ਦੇਖੋ ਕੰਡਕਟ ਆਫ ਇਲੈਕਸ਼ਨਸ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਆਪਾਂ ਵੇਰੀਅਸ ਇਲੈਕਸ਼ਨਸ ਜਿਹੜੇ ਆ ਕੰਟਰੀ ਵਿੱਚ ਬਾਈ ਇਲੈਕਸ਼ਨਸ ਕਿਵੇਂ ਕੰਡਕਟ ਕਰਨੇ ਹੈ। ਠੀਕ ਹੈ, ਉਸ ਤੋਂ ਬਾਅਦ ਐਡਮਿਨਿਸਟ੍ਰੇਟਿਵ ਮਸ਼ੀਨਰੀ ਕਿਹੜੀ ਹੋਊਗੀ। ਠੀਕ ਹੈ, ਕੌਣ ਬੰਦਾ ਕਿਸ ਕੰਮ ਲਈ ਰਿਸਪੌਂਸਿਬਲ ਹੋਊਗਾ ਇਲੈਕਸ਼ਨਸ ਦੇ ਦੌਰਾਨ। ਰਾਈਟ, ਫਿਰ ਰਜਿਸਟ੍ਰੇਸ਼ਨ ਆਫ ਪੋਲੀਟੀਕਲ ਪਾਰਟੀਜ਼ ਦੀ ਬਾਰੇ ਪ੍ਰੋਵੀਜ਼ਨਸ ਵੀ ਇਸ ਐਕਟ ਦੇ ਅੰਡਰ ਦਿੱਤੀਆਂ ਗਈਆਂ ਹੈ। ਰਾਈਟ, ਉਸ ਤੋਂ ਬਾਅਦ ਕੁਆਲੀਫਿਕੇਸ਼ਨ ਤੇ ਡਿਸਕੁਆਲੀਫਿਕੇਸ਼ਨ ਗਰਾਊਂਡਸ ਵੀ ਇਸ ਐਕਟ ਦੇ ਵਿੱਚ ਪ੍ਰੋਵਾਈਡ ਕੀਤੇ ਗਏ ਨੇ। ਅਪਾਰਟ ਫਰੋਮ ਕੌਨਸਟੀਟਿਊਸ਼ਨ ਇਸ ਐਕਟ ਦੇ ਵਿੱਚ ਵੀ ਕੁਆਲੀਫਿਕੇਸ਼ਨ ਤੇ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਦਿੱਤੇ ਗਏ ਨੇ। ਠੀਕ ਹੈ, ਉਹ ਤੋਂ ਬਾਅਦ ਇਲੈਕਟੋਰਲ ਆਫੈਂਸਿਸ
क्या क्या ਕੰਸੀਡਰ ਕੀਤੇ ਜਾਣਗੇ ਉਹਨਾਂ ਦੀ ਲਿਸਟ ਦਿੱਤੀ ਗਈ ਹੈ। ਕਰਪਟ ਪ੍ਰੈਕਟਿਸਿਸ ਤੇ ਆਫੈਂਸਿਸ ਕਿਹਨੂੰ ਕੰਸੀਡਰ ਕੀਤਾ ਜਾਊਗਾ ਇਲੈਕਸ਼ਨਸ ਦੇ ਵਿੱਚ, ਉਹਦੀ ਲਿਸਟ ਦਿੱਤੀ ਗਈ ਹੈ। ਫਾਈਨਲੀ ਪ੍ਰੋਸੀਜਰ ਕਿਆ ਹੋਣਾ ਚਾਹੀਦਾ ਹੈ ਕਿ ਅਗਰ ਇਲੈਕਸ਼ਨਸ ਦੇ ਵਿੱਚ ਸਾਨੂੰ ਕੋਈ ਵੀ ਡਾਊਟ ਦਿੱਕਤ ਹੈ ਤਾਂ ਉਹਨਾਂ ਨੂੰ ਕਿਵੇਂ ਸੈਟਲ ਕਰਾਂਗੇ, ਉਹ ਡਾਊਟਸ ਨੂੰ ਡਿਸਪਿਊਟਸ ਨੂੰ, ਉਹਦੇ ਪ੍ਰੋਸੀਜਰਸ ਦਿੱਤੇ ਗਏ ਨੇ। ਤਾਂ ਬੇਸਿਕਲੀ ਇਹ ਵਾਲੀ ਐਕਟ ਤੁਹਾਡੀ ਇਹ 5 ਸਬਜੈਕਟਸ ਨਾਲ ਡੀਲ ਕਰਦੀ ਹੈ ਬ੍ਰੌਡਲੀ। ਠੀਕ ਹੈ, ਇਹ ਯਾਦ ਰੱਖਣੇ ਨੇ, ਕੁਐਸਚਨ ਆ ਸਕਦਾ ਹੈ ਪ੍ਰੀਜ਼ 'ਚ ਵੀ ਮੇਨਸ 'ਚ ਵੀ, ਤਾਂ ਇਹ ਯਾਦ ਰੱਖਣਾ। ਹੁਣ ਆਪਣੇ ਲਈ ਇੰਪੋਰਟੈਂਟ ਹੈ ਜਾਨਣਾ ਕਿ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਕਿਹੜੇ ਹੈ ਇਸ ਐਕਟ ਦੇ ਅਕੋਰਡਿੰਗ, ਰਾਈਟ। ਅਗੇਨ ਤੁਸੀਂ ਇਸ ਨਿਮੋਨਿਕ ਨਾਲ ਯਾਦ ਕਰ ਸਕਦੇ ਹੋ E ਸਕੁਆਇਰ I ਸਕੁਆਇਰ S ਸਕੁਆਇਰ ਤੇ ਗਵਰਨਮੈਂਟ ਸਕੁਆਇਰ। ਤਾਂ ਸਾਰਿਆਂ ਤੇ ਦੋ ਦੋ ਆਪਾਂ ਪੁਆਇੰਟਸ ਜਿਹੜੇ ਆ ਯਾਦ ਕਰਾਂਗੇ। E ਸਕੁਆਇਰ ਦਾ ਮਤਲਬ ਹੈ ਇਲੈਕਸ਼ਨ ਆਫੈਂਸਿਸ ਅਗਰ ਕਰਦੇ ਹੋਏ ਫੜਿਆ ਜਾਂਦਾ ਹੈ ਕੋਈ ਵੀ MP ਤਾਂ ਉਹਨੂੰ ਡਿਸਕੁਆਲੀਫਾਈ ਕਰ ਸਕਦੇ ਹਾਂ, ਰਾਈਟ। ਜਾਂ ਜਿਹੜੇ ਇਲੈਕਸ਼ਨ ਐਕਸਪੈਂਸਿਸ ਹੈ ਉਹ ਲਿਮਿਟ ਤੋਂ ਬਾਹਰ ਕੀਤੇ ਜਾਂਦੇ ਹੈ ਜਾਂ ECI ਨੂੰ ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨਹੀਂ ਦੱਸਿਆ ਜਾਂਦਾ। ਠੀਕ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਿਮਿਟ ਲਾਈ ਹੋਈ ਹੈ ਕਿੰਨਾ ਪੈਸਾ ਇੱਕ MP ਜਿਹੜਾ ਹੈ ਖਰਚ ਕਰ ਸਕਦਾ ਇਲੈਕਸ਼ਨਸ 'ਤੇ। ਅਗਰ ਉਹ ਇਲੈਕਸ਼ਨ ਐਕਸਪੈਂਸਿਸ ਵਿੱਚ ਕੁਛ ਗੜਬੜ ਹੁੰਦੀ ਹੈ ਜਾਂ ਇਲੈਕਸ਼ਨ ਕਮਿਸ਼ਨ ਨੂੰ ਦੱਸਿਆ ਹੀ ਨਹੀਂ ਜਾਂਦਾ ਤਾਂ ਫਿਰ ਡਿਸਕੁਆਲੀਫਾਈ ਕਰ ਸਕਦੇ ਹਾਂ। ਠੀਕ ਹੈ ਜੀ, ਇਲੈਕਸ਼ਨ ਆਫੈਂਸਿਸ, ਇਲੈਕਸ਼ਨ ਐਕਸਪੈਂਸਿਸ, ਫਰਸਟ ਇਸ਼ੂ, ਫਰਸਟ 2 ਇਸ਼ੂਜ਼। ਠੀਕ ਹੈ ਜੀ, ਹੁਣ ਆਈ ਤੇ ਅਗਰ ਕਿਸੇ MP ਨੂੰ ਜੇਲ੍ਹ ਹੋ ਜਾਂਦੀ ਹੈ 2 ਤੋਂ ਜ਼ਿਆਦਾ ਸਾਲਾਂ ਲਈ ਤਾਂ ਉਹ ਸਿੱਧਾ ਡਿਸਕੁਆਲੀਫਾਈ ਹੋ ਸਕਦਾ ਹੈ ਮੈਂਬਰਸ਼ਿਪ ਤੋਂ, ਲੋਕ ਸਭਾ ਦੀ ਮੈਂਬਰਸ਼ਿਪ ਤੋਂ। ਠੀਕ ਹੈ ਜੀ, ਦੂਸਰਾ ਆਈ ਅਗਰ MP ਦੇ ਗਵਰਨਮੈਂਟ ਕੰਟਰੈਕਟਸ, ਵਰਕਸ ਜਾਂ ਸਰਵਿਸਿਜ਼ 'ਚ ਕੋਈ ਇੰਟਰਸਟ ਪਾਏ ਜਾਂਦੇ ਨੇ ਤਾਂ ਵੀ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ, ਰਾਈਟ। ਉਸ ਤੋਂ ਬਾਅਦ S ਤੇ ਤੁਹਾਡਾ ਕਿਆ ਪ੍ਰੋਵੀਜ਼ਨ ਆਏਗੀ, S ਸਕੁਆਇਰ ਜਿਹੜਾ ਆਪਾਂ ਕਹਿ ਰਹੇ ਹਾਂ, ਅਗਰ ਜਿਹੜਾ ਹੈ MP ਸੋਸ਼ਲ ਐਨਮਿਟੀ ਤੁਸੀਂ ਕਹਿ ਸਕਦੇ ਹੋ, ਸੁਸਾਇਟੀ ਵਿੱਚ ਲੜਾਈਆਂ ਵਗੈਰਾ ਕਰਾਉਣ ਵਿੱਚ, ਡਿਫਰੈਂਟ ਗਰੁੱਪਸ ਦੇ ਵਿੱਚ ਕਨਫਲਿਕਟ ਕਰਾਉਣ ਵਿੱਚ ਇਨਵੋਲਵਡ ਪਾਇਆ ਜਾਂਦਾ ਹੈ, ਅਗੇਨ ਉਹਨੂੰ ਡਿਸਕੁਆਲੀਫਾਈ ਕਰ ਸਕਦੇ ਹੈ, ਰਾਈਟ। ਅਗਰ ਕੋਈ ਸੋਸ਼ਲ ਕ੍ਰਾਈਮਸ ਕਰ ਰਿਹਾ ਹੈ ਜਿਵੇਂ ਕਿ ਅਨਟੱਚੇਬਿਲਿਟੀ ਨੂੰ ਪ੍ਰੈਕਟਿਸ ਕਰਨਾ, ਡਾਊਰੀ ਨੂੰ ਪ੍ਰਮੋਟ ਕਰਨਾ, ਸਤੀ ਨੂੰ ਪ੍ਰਮੋਟ ਕਰਨਾ, ਠੀਕ ਹੈ, ਸੋਸ਼ਲ ਕ੍ਰਾਈਮਸ ਅਗਰ ਉਹ ਕਰ ਰਿਹਾ ਹੈ ਜਾਂ ਸੋਸ਼ਲ ਐਨਿਮਿਟੀ ਫੈਲਾ ਰਿਹਾ ਹੈ, ਅਗੇਨ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ, ਰਾਈਟ। ਫਾਈਨਲੀ ਗਵਰਨਮੈਂਟ ਸਕੁਆਇਰ ਦਾ ਕਿਆ ਹੈ ਕਿ ਅਗਰ ਗਵਰਨਮੈਂਟ ਦੇ ਕਾਰਪੋਰੇਸ਼ਨਸ ਵਿੱਚ ਉਹਦੇ 25% ਜਾਂ ਉਹ ਤੋਂ ਜ਼ਿਆਦਾ ਦਾ ਸ਼ੇਅਰ ਹੈ, ਕੰਟਰੀਬਿਊਸ਼ਨ ਹੈ ਗਵਰਨਮੈਂਟ ਦੀ ਕਿਸੇ ਵੀ ਕੰਪਨੀ 'ਚ, ਫਿਰ ਵੀ ਉਹਨੂੰ ਡਿਸਕੁਆਲੀਫਾਈ ਕਰ ਸਕਦੇ ਹੈ। ਗਵਰਨਮੈਂਟ ਦੀ ਜਿੰਨੀਆਂ ਵੀ PSUs ਵਗੈਰਾ ਹੁੰਦੀਆਂ ਹੈ ਤਾਂ ਉਹ ਆਫਿਸ ਆਫ ਪ੍ਰੋਫਿਟ ਸਮਝਿਆ ਜਾਊਗਾ ਅਤੇ ਉਹਨੂੰ ਡਿਸਕੁਆਲੀਫਾਈ ਕੀਤਾ ਜਾਏਗਾ, ਰਾਈਟ। ਉਸ ਤੋਂ ਬਾਅਦ ਅਗਰ ਗਵਰਨਮੈਂਟ ਨੇ ਕਿਸੇ ਸਰਵਿਸ 'ਚੋਂ ਉਹਨੂੰ ਡਿਸਕੁਆਲੀਫਾਈ ਕਰ ਦਿੱਤਾ ਹੈ ਫॉर ਕਰਪਸ਼ਨ ਔਰ ਡਿਸਲੋਇਲਿਟੀ ਟੂ ਦੀ ਸਟੇਟ, ਅਗੇਨ ਇਹ ਗਰਾਊਂਡ ਹੋ ਸਕਦਾ ਹੈ MP ਨੂੰ ਡਿਸਕੁਆਲੀਫਾਈ ਕਰਨ ਦਾ। ਠੀਕ ਹੈ ਜੀ, ਇਹ ਆਲਮੋਸਟ 8 ਜਿਹੜੇ ਗਰਾਊਂਡਸ ਹੈ ਇਹ ਇੰਪੋਰਟੈਂਟ ਨੇ ਸਾਰੇ, ਇਹੀ ਲਿਖਣ ਲਈ ਆਏ ਸੀ UPSC ਦੇ ਮੇਨਸ ਦੇ ਪੇਪਰ ਲਈ, ਤਾਂ ਇਸੇ ਲਈ ਤੁਸੀਂ ਇਹ ਨਿਮੋਨਿਕ ਨਾਲ ਜਾਂ ਆਪਦੇ ਕੰਫਰਟੇਬਲ ਨਿਮੋਨਿਕ ਬਣਾ ਕੇ ਇਹਨਾਂ ਨੂੰ ਯਾਦ ਕਰਨ ਦੀ ਸਾਰਿਆਂ ਨੂੰ ਕੋਸ਼ਿਸ਼ ਕਰੋ। ਠੀਕ ਹੈ ਜੀ, ਇਹ ਕਾਫੀ ਇੰਪੋਰਟੈਂਟ ਟੌਪਿਕ ਹੈ। ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਡਾਇਰੈਕਟਲੀ ਤੁਹਾਡੇ ਪੰਜਾਬ PCS ਦੇ ਸਿਲੇਬਸ 'ਚ ਮੈਂਸ਼ਨ ਹੈ, ਇੱਕ ਕੁਐਸਚਨ ਇਸ ਟੌਪਿਕ 'ਤੇ ਪੱਕਾ ਆਉਂਦਾ ਹੀ ਹੈ ਮੇਨਸ ਦੇ ਵਿੱਚ, ਠੀਕ ਹੈ, ਇਸ ਲਈ ਇਹ ਪ੍ਰੋਵੀਜ਼ਨਸ ਯਾਦ ਰੱਖੋ। ਹੁਣ ਨੈਕਸਟ ਹਾਕੀ ਵਰਲਡ ਕੱਪ ਤੁਹਾਡਾ ਚੱਲ ਰਿਹਾ ਹੈ 2023 ਦਾ, ਬਹੁਤ ਇੰਪੋਰਟੈਂਟ ਹੈ ਪ੍ਰੀਲਿਮਸ ਦੇ ਲਈ। 15th ਐਡੀਸ਼ਨ ਆਫ ਹਾਕੀ ਵਰਲਡ ਕੱਪ ਜਿਹੜਾ ਹੈ ਤੁਹਾਡਾ ਚੱਲ ਰਿਹਾ ਹੈ, ਉਹ ਵੀ ਉੜੀਸਾ ਸਟੇਟ ਦੇ ਵਿੱਚ। ਠੀਕ ਹੈ, ਉੜੀਸਾ ਨੇ ਦੇਖੋ ਸਪੋਰਟਸ ਸੈਕਟਰ ਵਿੱਚ ਕਾਫੀ ਡਿਵੈਲਪਮੈਂਟ ਕੀਤੀ ਹੈ, ਹਾਕੀ ਹੋਵੇ, ਫੁੱਟਬਾਲ ਹੋਵੇ, ਹਰ ਕਿਤੇ ਇਹਨਾਂ ਨੇ ਸਟੇਡੀਅਮ ਅਤੇ ਇਨਫਰਾਸਟਰਕਚਰ ਕਾਫੀ ਅੱਛਾ ਪ੍ਰੋਵਾਈਡ ਕੀਤਾ ਹੈ। ਠੀਕ ਹੈ, ਇਸੇ ਲਈ ਜਿਹੜੇ ਉੜੀਸਾ ਦੇ 2 ਇੰਪੋਰਟੈਂਟ ਸਟੇਡੀਅਮ ਨੇ, ਕਾਲਿੰਗਾ ਸਟੇਡੀਅਮ ਇਨ ਭੁਵਨੇਸ਼ਵਰ ਅਤੇ ਬਿਰਸਾ ਮੁੰਡਾ ਹਾਕੀ ਸਟੇਡੀਅਮ, ਇਹਨਾਂ 2 ਸਟੇਡੀਅਮਸ ਵਿੱਚ ਸਾਰੇ ਜ਼ਿਆਦਾਤਰ ਮੈਚਸ ਇਹਦੇ ਹੋਣਗੇ। ਠੀਕ ਹੈ ਜੀ, ਤੇ ਦੇਖੋ ਇੰਡੀਆ ਫਸਟ ਕੰਟਰੀ ਬਣ ਚੁੱਕਿਆ ਹੈ ਜਿਹਦੇ ਵਿੱਚ 4 ਵਰਲਡ ਹਾਕੀ ਕੱਪਸ ਜਿਹੜੇ ਹੈ ਮੈਨਸ ਦੇ ਉਹ ਹੋ ਚੁੱਕੇ ਨੇ। ਇਹ ਜੀ ਹੋਰ ਕੋਈ ਕੰਟਰੀ ਨਹੀਂ ਹੈ ਜਿੱਥੇ ਵਰਲਡ ਕੱਪਸ 4 ਹੋ ਚੁੱਕੇ ਹੋਣ ਆਲਰੇਡੀ ਮੈਨਸ ਦੇ ਹਾਕੀ ਦੇ ਵਿੱਚ। ਠੀਕ ਹੈ, ਨੈਕਸਟ ਇਸ ਵਰਲਡ ਕੱਪ ਦਾ ਮੈਸਕॉट, ਮੈਸਕॉट ਜਿਹੜਾ ਹੈ ਉਹ ਓਲੀ ਹੈ। ਓਲੀ ਨਾਮ ਯਾਦ ਰੱਖਣਾ ਹੈ, ਪੁੱਛਿਆ ਜਾ ਸਕਦਾ ਹੈ ਕਿ ਮੈਸਕॉट ਕੌਣ ਸੀ ਤੇ ਇਹ ਓਲੀ ਕਿਉਂ ਬਣਾਇਆ ਗਿਆ ਹੈ। ਓਲੀ ਦੇਖੋ ਐਕਚੁਅਲੀ ਓਲਿਵ ਰਿਡਲੇ ਟਰਟਲ ਦੇ ਨਾਮ ਤੇ ਬਣਾਇਆ ਗਿਆ ਹੈ।
ठीक है। ये टर्टल जिहड़ा है ओडिशा दी इकोलॉजी विच काफ़ी सिग्निफिकेंस रखता है। ये स्पीशीज़ जिहड़ी है काफ़ी सिग्निफिकेंस रखती है, इसीलिए इनू एज अ मैस्कॉट यूज़ किया गया है ताकि वो रिगार्डिंग अवेयरनैस ते कंजरवेशन ते भी फोकस किया जा सके। राइट, हुण थोड़ा ऑलिव रिडले टर्टल ਲਈ भी पढ़ ਲੈਂਦੇ क्योंकि ये भी प्रीलिम्स ते क्वेश्चन आ सकता है। देखो ਇਹਦਾ स्टेटस जो है वो वल्नरेबल है, ये वल्नरेबल स्पीशीज़ है, याद रखना है। इंडेंजर्ड क्रिटिकली इंडेंजर्ड नहीं है, ये वल्नरेबल है। ठीक है जी। वाइल्ड लाइफ प्रोटैक्शन एक्ट के शेड्यूल 1 विच प्रोटैक्टेड है, साइट्स दे भी अपेंडिक्स 1 विच प्रोटैक्टेड है। ये इंपॉर्टेंट इन्फॉर्मेशन है, इन्ना ते ही क्वेश्चन बनता है, याद रखो। ਇਹਦੀ ਨੈਸਟਿੰਗ ਸਾਈਟਸ ਜਿਹੜੀਆਂ ਨੇ ਇਹ 3 ਨੇ ਬੇਸਿਕਲੀ। ਗੈਰੀਮਾਥਾ ਬੀਚ ਬਹੁਤ ਇੰਪੋਰਟੈਂਟ ਹੈ, ਉਸ ਤੋਂ ਬਾਅਦ ਰੂਸ਼ੀਆ ਕੁਲਿਆ ਰੁਕਰੀ ਕੋਸਟ ਤੇ ਮਾਊਥ ਆਫ ਦੇਵੀ ਰਿਵਰ। ਰਾਈਟ, ਹੁਣ ਇਹਦੀ ਥ੍ਰੈਟਸ ਕਿਆ ਨੇ ਜਿਹੜਾ ਆਪਾਂ ਨੂੰ ਕੰਜ਼ਰਵ ਕਰਨਾ ਪੈ ਰਿਹਾ ਹੈ। ਕਾਫੀ ਫਲੱਡਿੰਗ ਤੇ ਸਾਈਕਲੋਨਸ ਤੋਂ ਇਹਦੀ ਹੈਬਿਟੇਟਸ ਥ੍ਰੈਟਨਡ ਰਹਿੰਦੀਆਂ ਹੈ। ਜਿਹੜੀ ਗਲੋਬਲ ਵਾਰਮਿੰਗ ਹੈ ਉਹ ਵੀ ਇਹਨਾਂ ਦੀ ਸਰਵਾਈਵਲ ਨੂੰ ਇੰਪੈਕਟ ਕਰ ਰਹੀ ਹੈ। ਹੰਟਿੰਗ ਪੋਚਿੰਗ ਹੁੰਦੀ ਹੈ ਇਹਨਾਂ ਦੀ ਮੀਟ ਲਈ, ਸ਼ੈਲਸ ਲਈ। ਰਾਈਟ, ਫਿਸ਼ਿੰਗ ਟਰੋਲਰਸ ਵਗੈਰਾ 'ਚ ਫਸ ਕੇ ਵੀ ਇਹ ਜਿਹੜੇ ਆ ਕਾਫੀ ਆਪਦੀ ਲਾਈਫ ਜਿਹੜੇ ਆ ਗਵਾ ਰਹੇ ਨੇ ਤੇ ਸਕਾਰਸ ਹੁੰਦੇ ਜਾ ਰਹੇ ਨੇ। ठीक है जी, तो ये सारी फैक्चुअल इन्फॉर्मेशन आ ਜਿਹੜੇ 4-5 ਪੁਆਇੰਟਸ ਆਪਾਂ ਡਿਸਕਸ ਕੀਤੇ ਆ ਯਾਦ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਬਸ ਇਸ ਡਿਸਕਸ਼ਨ ਤੋਂ ਆ ਸ਼ਾਰਟ ਨੋਟਸ ਬਣਾ ਕੇ ਹੀ ਬਸ ਇਹਨਾਂ ਦਾ ਹੀ ਕੰਟੀਨਿਊਸਲੀ ਰੈਗੂਲਰਲੀ ਰਿਵੀਜ਼ਨ ਜਾਂ ਰੱਟਾ ਮਾਰਨਾ ਹੈ। ਇਹਨਾਂ ਤੇ ਹੀ ਕੁਐਸਚਨਸ ਬਣਨਗੇ ਜਿਹੜੇ ਤੁਸੀਂ ਆਨਸਰ ਕਰ ਪਾਓ। ਠੀਕ ਹੈ ਜੀ। ਮੈਂ ਤੁਹਾਡੇ ਲਈ ਨਾ MCQs ਦੀ ਵੀ ਜਿਹੜੀ ਬੁਕਲੇਟ ਹੈ ਪ੍ਰੋਵਾਈਡ ਕਰੂੰਗੀ ਤਾਂ ਕਿ ਤੁਸੀਂ ਇਹ ਸਾਰਾ ਕੰਟੈਂਟ ਜਿਹੜਾ ਹੈ ਰਿਵਾਈਜ਼ ਕਰ ਸਕੋ ਆਫਟਰ ਰੀਡਿੰਗ ਇਟ ਆਫਟਰ ਦੀ ਮੰਥ। ਠੀਕ ਹੈ ਜੀ, ਮੰਥ ਐਂਡ ਤੇ ਤੁਹਾਨੂੰ ਉਹ ਮਿਲੇਗੀ। ਨੈਕਸਟ ਟੌਪਿਕ ਸ਼ੁਰੂ ਕਰਦੇ ਹਾਂ, ਨੈਸ਼ਨਲ ਯੂਥ ਫੈਸਟੀਵਲ। ਬਹੁਤ ਇੰਪੋਰਟੈਂਟ ਫੈਸਟੀਵਲ ਚੱਲ ਰਿਹਾ, ਤੁਹਾਨੂੰ ਪਤਾ ਹੈ 12 ਜਨਵਰੀ ਆਪਾਂ ਡਿਸਕਸ ਕੀਤਾ ਸੀ। ਨੈਸ਼ਨਲ ਯੂਥ ਡੇ ਹੈ, ਸਵਾਮੀ ਵਿਵੇਕਾਨੰਦ ਦੇ ਬਰਥ ਤਿਥੀ ਤੇ ਬਣਾਇਆ ਜਾਂਦਾ ਹੈ ਤੇ ਹੁਣ ਉਹਦੀਆਂ ਸੈਲੀਬ੍ਰੇਸ਼ਨਸ ਜਿਹੜੀਆਂ ਹੈ ਨੈਸ਼ਨਲ ਯੂਥ ਫੈਸਟੀਵਲ ਦੇ ਅੰਡਰ ਕੀਤੀਆਂ ਜਾ ਰਹੀਆਂ ਨੇ। ਬੇਸਿਕਲੀ ਕਰਨਾਟਕਾ ਦੇ ਵਿੱਚ ਇਹ ਫੈਸਟੀਵਲ ਇਸ ਸਾਲ ਮਨਾਇਆ ਜਾ ਰਿਹਾ ਹੈ। ਇਹ 1995 ਤੋਂ ਸ਼ੁਰੂ ਹੋ ਗਈਆਂ ਇਹ ਸੈਲੀਬ੍ਰੇਸ਼ਨਸ ਐਂਡ ਤਦ ਤੋਂ ਹਰ ਸਾਲ ਈਅਰਲੀ ਇਹ ਟ੍ਰੈਂਡ ਹੈ ਕਿ ਆਪਾਂ ਇੱਕ ਯੂਥ ਫੈਸਟੀਵਲ ਆਪਣੇ ਡੈਮੋਗ੍ਰਾਫਿਕ ਡਿਵੀਡੈਂਡ ਨੂੰ ਸੈਲੀਬ੍ਰੇਟ ਕਰਨ ਲਈ ਮਨਾਉਂਦੇ ਹਾਂ। ਠੀਕ ਹੈ ਜੀ, ਸਵਾਮੀ ਵਿਵੇਕਾਨੰਦ ਦੀ ਬਰਥ ਤਿਥੀ ਤੋਂ ਜਾਂ ਉਹਨਾਂ ਦੇ ਇਨਫਲੂਐਂਸ ਤੋਂ ਇਹ ਸਟਾਰਟ ਹੋਇਆ ਹੈ। ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਜਿਹੜੀ ਹੈ ਉਹ ਇਹ ਫੰਕਸ਼ਨਸ ਜਿਹੜੇ ਆ ਕੰਡਕਟ ਕਰਾਉਂਦੀ ਹੈ। 2023 ਦੇ ਫੰਕਸ਼ਨ ਦਾ ਥੀਮ ਕਿਆ ਹੈ? ਵਿਕਸਿਤ ਯੁਵਾ ਵਿਕਸਿਤ ਭਾਰਤ। ਠੀਕ ਹੈ ਜੀ, ਵਿਕਸਿਤ ਯੁਵਾ ਵਿਕਸਿਤ ਭਾਰਤ। ਤੇ ਇਸ ਸਾਲ ਗ੍ਰੀਨ ਯੂਥ ਫੈਸਟੀਵਲ ਬਣਾਇਆ ਗਿਆ ਹੈ। ਕਹਿਣ ਦਾ ਮਤਲਬ ਇਹਦੀ ਸੈਲੀਬ੍ਰੇਸ਼ਨਸ ਜਿਹੜੀਆਂ ਉਹਨਾਂ ਵਿੱਚ ਸਾਰੇ ਕਿਤੇ ਬਾਇਓਡੀਗ੍ਰੇਡੇਬਲ ਮਟੀਰੀਅਲ ਯੂਜ਼ ਹੋਊਗਾ, ਚਾਹੇ ਕੱਪਸ ਹੋਣ, ਕਾਪੀਜ਼ ਹੋਣ, ਪੈਨਸ ਹੋਣ, ਪੈਂਫਲੇਟਸ ਹੋਣ। ਇਹ ਟਰਾਈ ਕੀਤਾ ਜਾ ਰਿਹਾ ਹੈ ਕਿ ਸਭ ਬਾਇਓਡੀਗ੍ਰੇਡੇਬਲ ਮਟੀਰੀਅਲ ਦਾ ਬਣਿਆ ਹੋਵੇ। ਰਾਈਟ, ਇਹਦਾ ਬੇਸਿਕ ਏਮ ਇਹੀ ਹੈ ਕਿ ਸਾਡੇ ਡੈਮੋਗ੍ਰਾਫਿਕ ਡਿਵੀਡੈਂਡ ਜਾਂ ਸਾਡੀ ਯੂਥ ਵੈਲਥ ਨੂੰ ਸੈਲੀਬ੍ਰੇਟ ਕੀਤਾ ਜਾ ਸਕੇ, ਉਹਨੂੰ ਆਪਾਂ ਕਿਵੇਂ ਅੱਗੇ ਵਧਾ ਸਕਦੇ ਹਾਂ ਇਸ 'ਤੇ ਚਰਚਾ ਹੋ ਸਕੇ, ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ। ਇਹ ਸਭ ਨੂੰ ਕਰਨ ਲਈ ਇਹ ਯੂਥ ਫੈਸਟੀਵਲ ਮਨਾਇਆ ਜਾ ਰਿਹਾ ਹੈ। ਤੁਸੀਂ ਬਸ ਇਹ ਫੈਕਚੁਅਲ ਇਨਫੋਰਮੇਸ਼ਨ ਸਰਕਲ ਦੇ ਵਿੱਚ ਜੋ ਲਿਖੀ ਹੈ ਯਾਦ ਰੱਖੋ, ਆਨਸਰਸ ਆਪਾਂ ਨੂੰ ਇਸ 'ਚੋਂ ਹੀ ਸੋਲਵ ਹੋ ਜਾਣਗੇ। ਰਾਈਟ, ਨੈਕਸਟ ਹੈਗਾ ਇਹ FCI ਸਕੈਮ। ਤਾਂ ਲੇਟੈਸਟ ਜਿਹੜਾ ਹੈ ਫੂਡ ਕੋਆਪਰੇਸ਼ਨ ਆਫ ਇੰਡੀਆ ਦੇ ਵਿੱਚ ਸਕੈਮਸ ਜਿਹੜੇ ਹੈ ਵਿਟਨੈਸ ਹੋਏ ਨੇ। ਇਹ ਜਿੰਨੀ ਵੀਟ ਸਟੋਰ ਕਰਕੇ ਰੱਖਦੇ ਨੇ ਉਹਨਾਂ ਵਿੱਚੋਂ ਜਿਹੜੇ FCI ਦੇ ਆਫਿਸਰ ਨੇ, ਵਰਕਰਸ ਨੇ, ਉਹ ਸਭ ਜਿਹੜੇ ਹੈ ਵੀਟ ਐਕਸਟਰੈਕਟ ਕਰਕੇ ਓਪਨ ਮਾਰਕੀਟ ਵਿੱਚ ਸੈਲ ਕਰੀ ਜਾਂਦੇ ਹੈ। ਰਾਈਟ, ਜਿਹਦੇ ਕਰਕੇ ਕਰੋੜਾਂ ਦਾ ਨੁਕਸਾਨ ਗਵਰਨਮੈਂਟ ਨੂੰ ਹੋਇਆ ਹੈ। ਤਾਂ CBI ਨੇ ਆਪਰੇਸ਼ਨ ਕਣਕ ਦੇ ਅੰਡਰ, ਕਿਉਂਕਿ ਵੀਟ ਦੇ ਨਾਲ ਰਿਲੇਟਡ ਇਹ ਫੜੇ ਗਏ ਨੇ, ਵੀਟ ਰਾਈਸ ਦੇ ਨਾਲ ਰਿਲੇਟਡ, ਤਾਂ ਆਪਰੇਸ਼ਨ ਕਣਕ ਦੇ ਅੰਦਰ CBI ਨੇ ਇਹ ਪੂਰਾ ਸਕੈਮ ਜਿਹੜਾ ਹੈ ਡਿਸਕਲੋਜ਼ ਕੀਤਾ ਹੈ। ਇਹ ਕਿਵੇਂ 30-30 ਕਿਲੋ ਦੀ ਬੋਰੀਆਂ ਵਿੱਚੋਂ 3-3 kg ਜਿਹੜਾ ਹੈ ਵੀਟ ਕੱਢ ਲੈਂਦੇ ਸੀ ਅਤੇ ਉੱਥੇ ਪਾਣੀ ਦੇ ਸੈਕਸ ਪਾ ਦਿੰਦੇ ਸੀ ਤਾਂ ਕਿ ਡਿਸਕਵਰ ਨਾ ਹੋਵੇ। ਅਤੇ ਇਹਨੂੰ ਤੁਸੀਂ ਸਮਝੋ ਕਿ 2000-3000 ਸੈਕਸ 'ਚੋਂ ਇਹ ਕੱਢੀ ਹੋਈ ਵੀਟ ਜਿਹੜੀ ਆ ਓਪਨ ਮਾਰਕੀਟ ਵਿੱਚ ਸੈੱਲ ਕਰ ਦਿੰਦੇ ਸੀ। ਕਈ ਵਾਰ ਤਾਂ ਇਹ ਜਿਹੜੀ ਹਾਈ ਕੁਆਲਿਟੀ ਵੀਟ ਹੈ ਇਹਨੂੰ ਕੱਢ ਕੇ ਓਪਨ ਮਾਰਕੀਟ 'ਚ ਹਾਈ ਰੇਟ 'ਤੇ ਵੇਚ ਦਿੰਦੇ ਹੈ ਅਤੇ ਇੱਥੇ ਲੋ ਕੁਆਲਿਟੀ ਸੈਕਸ ਜਿਹੜੇ ਆ ਰੱਖ ਦਿੰਦੇ ਹੈ, ਜਿਹੜੇ ਕਿ ਫਿਰ ਮਿਡ ਡੇ ਮੀਲ ਵਿੱਚ ਗਰੀਬ ਬੱਚਿਆਂ ਨੂੰ ਦਿੱਤੇ ਜਾਂਦੇ ਨੇ। ਠੀਕ ਹੈ, ਇਸ ਤਰੀਕੇ ਦੇ ਨੰਬਰ ਆਫ ਵੇਜ਼ ਨਾਲ ਇੱਥੇ ਸਕੈਮ ਚੱਲ ਰਹੇ ਸੀ ਜੋ ਕਿ CBI ਨੇ ਹੁਣ ਬਰਸਟ ਕੀਤੇ ਨੇ। ਠੀਕ ਹੈ, ਤਾਂ ਇਹ ਗਵਰਨੈਂਸ ਦੇ ਇਸ਼ੂ ਵਿੱਚ ਐਜ਼ ਐਗਜ਼ਾਮਪਲ ਤੁਸੀਂ ਲਿਖ ਸਕਦੇ ਹੋ ਕਿ ਗਵਰਨਮੈਂਟ ਦੀ ਸਕੀਮਸ ਵਿੱਚ ਮਿਡ ਡੇ ਮੀਲ ਸਕੀਮ ਵਿੱਚ ਕਿਆ ਇਸ਼ੂਜ਼। ਰਾਈਟ,
ਤਾਂ ਇसीलिए ਇਹ ਟੌਪਿਕ मैंने ਇੱਥੇ ਇੰਟਰੋਡਿਊਸ ਕੀਤਾ ਹੈ। ਮੇਨਸ GS2 ਵਿੱਚ ਤੁਹਾਨੂੰ ਕਾਫੀ ਹੈਲਪ ਆ ਸਕਦਾ ਹੈ, ਇਸ ਲਈ ਇਹਦੀ ਐਗਜ਼ਾਮਪਲ ਯਾਦ ਰੱਖੋ। ਰਾਈਟ, ਹੁਣ ਇਸ 'ਚ CBI ਰੈਫਰ ਹੋਈ ਹੈ। CBI ਵੀ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਆਪਣੇ ਪੇਪਰ GS2 ਲਈ। ਅਗੇਨ ਪ੍ਰੀਲਿਮਸ ਤੇ ਮੇਨਸ ਦੋਨਾਂ 'ਚ ਇਸ 'ਤੇ ਕੁਐਸਚਨ ਆ ਸਕਦਾ ਹੈ। ਠੀਕ ਹੈ, ਤਾਂ ਇਹਨੂੰ ਥੋੜਾ ਡਿਟੇਲ 'ਚ ਡਿਸਕਸ ਕਰ ਲੈਂਦੇ ਹਾਂ। ਪਹਿਲਾਂ ਫੈਕਚੁਅਲ ਡਿਟੇਲ, ਫਿਰ ਇਹਦੇ ਇਸ਼ੂਜ਼ ਤੇ ਸੋਲਿਊਸ਼ਨਸ। ਤਾਂ ਪਹਿਲਾਂ ਇਹ ਇਨਵੈਸਟੀਗੇਟਿਵ ਏਜੰਸੀ ਹੈ, ਕਰਪਸ਼ਨ ਨਾਲ ਰਿਲੇਟਡ ਜਾਂ ਅਦਰ ਕ੍ਰਾਈਮਸ ਜਿਹੜੇ ਹੈ ਸੀਰੀਅਸ ਕ੍ਰਾਈਮਸ ਇਨ ਇੰਡੀਆ ਉਹਨਾਂ ਲਈ ਇਨਵੈਸਟੀਗੇਸ਼ਨ ਕਰਦੀ ਹੈ। ਇਹ ਮਿਨਿਸਟਰੀ ਆਫ ਪਰਸਨਲ ਦੇ ਅੰਡਰ ਆਉਂਦੀ ਹੈ। ਯਾਦ ਰੱਖਣਾ ਹੈ ਕਿਹੜੀ ਮਿਨਿਸਟਰੀ ਦੇ ਅੰਡਰ ਹੈ, ਇਹ 'ਤੇ ਕੁਐਸਚਨ ਬਣੇਗਾ। ਡਿਪਾਰਟਮੈਂਟ ਆਫ ਪਰਸਨਲ ਮਿਨਿਸਟਰੀ ਆਫ ਪਰਸਨਲ ਦੇ ਅੰਡਰ ਹੈ। ਅਗਰ ਕਰਪਸ਼ਨ ਦੇ ਕੇਸਿਸ ਨਾਲ ਜਦ ਇਹ ਡੀਲ ਕਰਦੀ ਹੈ ਤਾਂ ਇਹ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਸੁਪਰਵਿਜ਼ਨ ਦੇ ਅੰਡਰ ਕੰਮ ਕਰਦੀ ਹੈ। ਠੀਕ ਹੈ, CVC ਅਗੇਨ ਜਿਹੜੀ ਹੈ ਮਿਨਿਸਟਰੀ ਆਫ ਪਰਸਨਲ ਇਹਦੇ ਅੰਡਰ ਹੀ ਹੈ। ਰਾਈਟ, ਹੁਣ ਦੇਖੋ DSPE ਯਾਨੀ ਕਿ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਦੇ ਅੰਡਰ ਇਹ ਆਪਦੀਆਂ ਪਾਵਰਸ ਡਿਰਾਈਵ ਕਰਦੀ ਹੈ। CBI ਨਾ ਤਾਂ ਕੌਨਸਟੀਟਿਊਸ਼ਨ ਨੇ ਲਿਖੀ ਬਣਾਈ ਹੈ, ਨਾ ਤਾਂ ਇਹ ਕੌਨਸਟੀਟਿਊਸ਼ਨਲ ਬੋਡੀ ਹੈ, ਨਾ ਇਹ ਸਟੇਚੂਟਰੀ ਬੋਡੀ ਹੈ। ਕੋਈ ਆਪਣੇ ਕੋਲ CBI ਐਕਟ ਵਰਗੀ ਐਕਟ ਨਹੀਂ ਹੈ। ਠੀਕ ਹੈ, ਤਾਂ ਇਹ ਸਟੇਚੂਟਰੀ ਬੋਡੀ ਵੀ ਨਹੀਂ ਹੈ, ਕੌਨਸਟੀਟਿਊਸ਼ਨਲ ਬੋਡੀ ਵੀ ਨਹੀਂ ਹੈ, ਇਹ ਐਗਜ਼ੈਕਟਿਵ ਬੋਡੀ ਹੈ। ਮਤਲਬ ਪ੍ਰੈਜ਼ੈਂਟ ਟਾਈਮ ਤੇ ਜਿਹੜੀ ਜਦੇ ਬਣੀ ਸੀ ਉਦੋਂ ਜਿਹੜੀ ਗਵਰਨਮੈਂਟ ਸੀ ਉਹਨੇ ਆਪਦੀ ਪਾਵਰਸ ਦੇ ਅੰਡਰ ਇਹ ਬਣਾਈ ਸੀ। ਠੀਕ ਹੈ, ਯਾਦ ਰੱਖਣਾ ਇਹਦੀਆਂ ਪਾਵਰਸ ਜਿਹੜੀਆਂ ਉਹ ਇਸ ਲਾਅ ਤੋਂ ਆਉਂਦੀਆਂ, ਬਟ ਇਹ ਸਟੇਚੂਟਰੀ ਬੋਡੀ ਨਹੀਂ ਹੈ। ਇਹ ਲਾਅ 'ਚ ਕਿਤੇ ਨਹੀਂ ਲਿਖਿਆ ਕਿ ਅਸੀਂ CBI ਬਣਾਉਣੀ ਹੈ, ਸਿਰਫ CBI ਦੀ ਕੁਝ ਪਾਵਰਸ ਦਿੱਤੀਆਂ ਹੋਈਆਂ ਨੇ। ਠੀਕ ਹੈ, ਇਹ ਐਗਜ਼ੈਕਟਿਵ ਬੋਡੀ ਹੈ ਤੇ ਬਣੀ ਸੀ ਸੰਥਾਨਮ ਕਮਿਸ਼ਨ ਦੀ ਰਿਕਮੈਂਡੇਸ਼ਨ ਤੋਂ ਬਾਅਦ। ਰਾਈਟ, ਇਹ ਵੀ ਇੰਪੋਰਟੈਂਟ ਹੈ। ਇਹਦੀ ਅਪਾਇੰਟਮੈਂਟ ਲਈ ਇੱਕ ਕਮੇਟੀ 3 ਮੈਂਬਰ ਕਮੇਟੀ ਹੈ ਜੋ ਇਹਨਾਂ ਦੀ ਮੈਂਬਰਸ ਜਾਂ CBI ਦੇ ਡਾਇਰੈਕਟਰ ਨੂੰ ਅਪਾਇੰਟ ਕਰਦੀ ਹੈ। ਇਹ ਕਮੇਟੀ ਵਿੱਚ ਕੌਣ ਹੈ? PM ਪ੍ਰਾਈਮ ਮਿਨਿਸਟਰ ਹੁੰਦੇ ਨੇ ਆਪਣੇ, ਲੀਡਰ ਆਫ ਆਪੋਜੀਸ਼ਨ ਜਾਂ ਲੀਡਰ ਆਫ ਲਾਰਜੈਸਟ ਪਾਰਟੀ ਇਨ ਲੋਕ ਸਭਾ ਹੋ ਸਕਦੇ ਨੇ। ਉਹ ਤੋਂ ਬਾਅਦ ਆਪਣਾ CGI ਜਾਂ ਆਪਣੇ ਸੀਨੀਅਰ ਮੋਸਟ SC ਦਾ ਇੱਕ ਜੱਜ ਜਿਹੜੇ ਆ ਉਹ ਇਹਦੇ ਮੈਂਬਰ ਹੁੰਦੇ ਨੇ। ਤਾਂ ਯੂਜੂਅਲੀ ਪ੍ਰੋਸੀਜਰ ਕਿਆ ਹੈ? ਪਹਿਲਾਂ ਆਪਣੀ ਹੋਮ ਮਿਨਿਸਟਰੀ ਜਿਹੜੀ ਹੈ ਇੱਕ ਲਿਸਟ ਆਫ सूटेबल कैंडीडेट जी वो DOPT यानी डिपार्टमेंट ऑफ परसनल तक पहुँचाती है। फिर DOPT जोड़ा है इन्हों की एलिजिबिलिटी, इन्हों की सीनियोरिटी, इन्हों की परफॉर्मेंस, ये सब फैक्टर्स देख नाम जोड़े है इस कमेटी नूं भेजते हैं, इस अपॉइंटमेंट कमेटी को जाते अपना CBI का जो डायरैक्टर है उन्होंने फिक्सड टेन्योर दी गई दी अंडर CVC एक्ट। ठीक है जी, ये डिफरेंट लॉज तो आपकी पावर्स ते प्रोविजनस डिराइव कर रहा है। ये स्टेचुटरी बॉडी नहीं है, ये कॉन्स्टिट्यूशनल बॉडी नहीं है। इस ते ही क्वेश्चन बनूगा, ये फैक्ट याद रखना है। राइट, हुण देखो CBI जिहड़ी है अपनी काफ़ी सारे इशूज़ जिहड़ी है फेस कर रही है। देयर आर अ नंबर ऑफ चैलेंजेस फेस्ड बाय CBI इन इट्स परफॉर्मेंस। सब तो पहला पॉलिटिकल इंटरफेरेंस बहुत होंगी है ये वर्किंग विच। ईवन अपने सुप्रीम कोर्ट ने तो इनू केज्ड पैरट भी कह रखा है कि प्रेजेंट जो भी गवर्नमेंट होंगी है उसकी डायरैक्शनस के अकॉर्डिंग CBI काम करती है, फेयर फ्री इंडिपेंडेंट वे ये काम नहीं कर पा रही है। ठीक है जी, इन्वेस्टिगेशनस काफ़ी टाइम लगता है। CBI को देखो शॉर्टेज है, पहली गल तो परसनल दी इन्ने बंदे ही नहीं जिन्नी उन्होंने ज़रूरत है, इसलिए इन्वेस्टिगेशनस भी काफ़ी डिले होंदा है। एक्सपर्ट्स ते ट्रेंड स्टाफ की काफ़ी कमी है CBI को। राइट, क्रेडिबिलिटी लूज हो जाती है। हुण देखो इंडिपेंडेंस ही नहीं है, जो इंटरफेरेंस ही इन्नी है तो यदी क्रेडिबिलिटी भी खत्म हो जाती है। इन्ने सेंसिटिव कई बार देखा गया है कि जोड़े बड़े केसिस है, बुफर्स स्कैंडल होया, हवाला स्कैंडल होया, भोपाल गैस स्ट्रैटजी हुई, बहुत सारे ऐजे केसिस ते CBI दे हथों लैप्सिस देखे गए सी। इसीलिए CBI की भी क्रेडिबिलिटी जी है बहुत घट गई है। तुसी देखो पुलिस की क्रेडिबिलिटी कितनी घट है। जब भी पुलिस को कोई केस जाता है लोग कहते असी पुलिस तो इन्वेस्टिगेशन नहीं करानी, असी कोई होर एजेंसी यूजली CBI का नाम लेंदे है कि CBI तो करानी है। बट अजकल की हो रहा है कि लोगों को CBI भी अनफेयर लगन लग गई है, नॉन इंडिपेंडेंट लगन लग गई है। तो हुण CBI ते भी क्रेडिबली ट्रस्ट करना बहुत औखा हो चुका है। ठीक है जी, CBI की देखो अकाउंटेबिलिटी भी बहुत लिमिटेड है। ये राइट्स टू इन्फॉर्मेशन एक्ट जी अपनी RTI एक्ट है वो अंडर भी कवर्ड नहीं है। तो अगेन अगर किसी सिटीजन नू इते सवाल उठाने ने CBI के बारे कोई इन्फॉर्मेशन लैनी है, आप नहीं लै सकते एज अ सिटीजन।
ਠੀਕ ਹੈ ਜੀ। ਅਗੇਨ ਇਹਦੀਆਂ ਪਾਵਰਸ ਲਿਮਿਟਡ ਹੀ ਨੇ ਤੇ ਰਿਸਟ੍ਰਿਕਟਡ ਐਕਸੈਸ ਰਹਿੰਦਾ ਹੈ। ਗਵਰਨਮੈਂਟ ਜਿਹੜਾ ਹੈ ਓਪਨਲੀ ਆਪਦੇ ਰਿਸੋਰਸਿਸ ਫਾਈਲਸ ਇਹਨੂੰ ਪ੍ਰੋਵਾਈਡ ਨਹੀਂ ਕਰਦੀ, ਇਸੇ ਲਈ ਸੀਬੀਆਈ ਜਿਹੜੀ ਹੈ ਇਫੈਕਟਿਵਲੀ ਫੰਕਸ਼ਨ ਨਹੀਂ ਕਰ ਪਾ ਰਹੀ। ਠੀਕ ਹੈ, ਇਹ ਸਾਰੇ ਪੁਆਇੰਟਸ ਆਫ ਚੈਲੰਜਸ ਹੈ, ਮੇਨਸ 'ਚ ਆਨਸਰ ਲਿਖਣ 'ਚ ਕੰਮ ਆਉਣਗੇ, ਇਹ ਲਿਖ ਕੇ ਰੱਖੋ ਆਪਦੇ ਕੋਲ। ਹੁਣ ਸੀਬੀਆਈ ਨੂੰ ਸਟਰੈਂਥਨ ਕਰਨ ਲਈ ਆਪਾਂ ਕੀ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਹੈ ਉਹਨੂੰ ਘੱਟ ਕਰਨਾ ਪੈਣਾ ਹੈ। ਉਹ ਕਿਵੇਂ ਕਰੋਗੇ? ਜਿਹੜਾ ਇਹਦਾ ਸੀਬੀਆਈ ਦਾ ਕੰਟਰੋਲ ਹੈ ਉਹ ਡੀਓਪੀਟੀ ਤੋਂ ਹਟਾਇਆ ਜਾਵੇ, ਇਹਨੂੰ ਇੰਡੀਪੈਂਡੈਂਟ ਸਟੇਚੂਟਰੀ ਬਾਡੀ ਬਣਾਇਆ ਜਾਵੇ, ਇੰਡੀਪੈਂਡੈਂਟ ਫੰਕਸ਼ਨਿੰਗ ਹੋਵੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤਰ੍ਹਾਂ, ਕੈਗ ਦੀ ਤਰ੍ਹਾਂ ਇਹ ਇੰਡੀਪੈਂਡੈਂਟਲੀ ਵਰਕ ਕਰਨੀ ਚਾਹੀਦੀ ਹੈ। ਫਿਕਸਡ ਸਾਰੇ ਮੈਂਬਰਸ ਤੇ ਉਹਦੀ ਚੇਅਰਮੈਨ ਦੀ ਜਾਂ ਡਾਇਰੈਕਟਰ ਦੀ ਟੈਨਿਓਰ ਹੋਣੀ ਚਾਹੀਦੀ ਹੈ। ਇਹਦੀ ਕੰਡੀਸ਼ਨਸ, ਸੈਲਰੀ ਵਗੈਰਾ ਉਹ ਸਭ ਗਵਰਨਮੈਂਟ ਦੇ ਹੱਥ 'ਚ ਨਹੀਂ ਹੋਣੀ ਚਾਹੀਦੀਆਂ, ਤਾਂ ਆਪਣੇ ਆਪ ਪੋਲੀਟੀਕਲ ਇੰਟਰਫੇਰੈਂਸ ਘਟੂਗੀ। ਠੀਕ ਹੈ, ਇਹਦੇ ਹਿਊਮਨ ਰਿਸੋਰਸਿਸ ਕੰਪਲੀਟ ਕੀਤੇ ਜਾਣੇ ਚਾਹੀਦੇ ਹੈ ਤਾਂ ਕਿ ਐਡੁਕੇਟਲੀ ਟਾਈਮਲੀ ਇਨਵੈਸਟੀਗੇਸ਼ਨਸ ਕਰ ਸਕੇ। ਜਿੰਨਾ ਵੀ ਇਨਫਰਾਸਟਰਕਚਰ ਚਾਹੀਦਾ ਉਸ 'ਚ ਇਨਵੈਸਟਮੈਂਟਸ ਕੀਤੀ ਜਾਣ, ਇਹਨੂੰ ਪ੍ਰੋਪਰ ਫਾਈਨੈਂਸ਼ੀਅਲ ਰਿਸੋਰਸਿਸ ਦਿੱਤੇ ਜਾਣ, ਤਾਂ ਹੀ ਇਹ ਲੋਕ ਹੋਰ ਇੰਪਲੋਏ ਕਰ ਪਾਊਗੀ, ਟ੍ਰੇਨਿੰਗ ਦੇ ਪਾਊਗੀ, ਹੋਰ ਇਨਵੈਸਟਮੈਂਟਸ ਇਨਫਰਾਸਟਰਕਚਰ 'ਚ ਕਰ ਪਾਏਗੀ। ਰਾਈਟ, ਫਾਈਨੈਂਸ, ਫੰਕਸ਼ਨਰੀਜ਼, ਟੈਕਨੋਲੋਜੀ ਇਹਨੂੰ ਚਾਹੀਦੀ ਹੈ। ਰਾਈਟ, ਐਂਡ ਉਸ ਤੋਂ ਬਾਅਦ ਸਪੈਸ਼ਲ ਕਮੇਟੀ ਨੇ ਵੀ, ਸੈਕਿੰਡ ARC ਨੇ ਵੀ ਇਹੀ ਕਿਹਾ ਹੈ ਕਿ ਸਾਨੂੰ ਇੱਕ ਸਟੇਚੂਟਰੀ ਸਟੇਟਸ ਦੇਣਾ ਚਾਹੀਦਾ ਹੈ ਸੀਬੀਆਈ ਨੂੰ। ਸੀਬੀਆਈ ਐਕਟ ਇੱਕ ਆਪਾਂ ਇਨੈਕਟ ਕਰ ਸਕਦੇ ਹਾਂ ਟੂ ਗਿਵ ਇਟ ਸਟੇਚੂਟਰੀ ਪਾਵਰਸ ਐਂਡ ਸਟੇਟਸ। ਉਹਦੇ ਨਾਲ ਇੰਟਰਫੇਰੈਂਸ ਵੀ ਘੱਟ ਹੋਊ ਤੇ ਟੀਥ ਵੀ ਜ਼ਿਆਦਾ ਵਧਣਗੇ ਇਸ ਕਮੇਟੀ ਕੋਲ। ਠੀਕ ਹੈ ਜੀ, ਇਹ ਸਾਰਾ ਵੇ ਫੋਰਵਰਡ ਹੈ, ਤੁਸੀਂ ਧਿਆਨ ਨਾਲ ਇਹ ਪ੍ਰੋਵੀਜ਼ਨਸ ਪੜ੍ਹ ਲਿਓ ਤੇ ਨੋਟਸ ਬਣਾ ਲਿਓ, ਆਨਸਰਸ 'ਚ ਯੂਜ਼ ਕਰ ਸਕਦੇ ਹੋ। ਰਾਈਟ, ਉਸ ਤੋਂ ਬਾਅਦ 400 ਮੋਰ ਆਮ ਆਦਮੀ ਕਲੀਨਿਕਸ ਇਨ ਪੰਜਾਬ। ਤਾਂ ਇਹ ਦੇਖੋ GS1 ਦੇ ਵਿੱਚ ਸੋਸਾਇਟੀ ਦੇ ਟੌਪਿਕ ਵਿੱਚ ਹੈਲਥ ਵਿੱਚ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਪੰਜਾਬ ਹੈਲਥ ਦੇ ਸੈਕਟਰ ਵਿੱਚ ਕੀ ਕਰ ਰਿਹਾ ਹੈ, ਤਾਂ ਉੱਤੇ ਤੁਸੀਂ ਇਹ ਐਗਜ਼ਾਮਪਲ ਲਿਖ ਸਕਦੇ ਹੋ ਕਿ ਪੰਜਾਬ ਨੇ 500 ਹੁਣ ਟੋਟਲ ਆਮ ਆਦਮੀ ਕਲੀਨਿਕਸ ਬਣਾਏ ਹੈ ਜਿੱਥੇ ਸਾਨੂੰ ਹੈਲਥ ਕੇਅਰ ਸਰਵਿਸਿਜ਼ ਮਿਲਦੀਆਂ ਨੇ। 100 ਆਲਰੇਡੀ ਸੀਗੇ, 400 ਹੋਰ ਹੁਣ ਅਨਾਊਂਸ ਕੀਤੇ ਗਏ ਹੈ ਗਵਰਨਮੈਂਟ ਦੁਆਰਾ। ਠੀਕ ਹੈ, ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹੋ ਹੈਲਥ ਸੈਕਟਰ 'ਚ ਪੰਜਾਬ ਗਵਰਨਮੈਂਟ ਕਿਆ ਕਰ ਰਹੀ ਹੈ। ਫਾਈਨਲੀ ਆਰਮੀ ਡੇ ਚੱਲ ਰਿਹਾ ਹੈ ਇੰਡੀਆ ਦੇ ਵਿੱਚ, ਇਹਦੀ ਇਨਫੋਰਮੇਸ਼ਨ ਦੇਖ ਲੈਂਦੇ ਹੈ। ਤਾਂ ਦੇਖੋ ਹਰ ਸਾਲ 15 ਜਨਵਰੀ ਨੂੰ ਬਣਾਇਆ ਜਾਂਦਾ ਹੈ, ਹਰ ਸਾਲ 15 ਜਨਵਰੀ ਨੂੰ ਆਰਮੀ ਡੇ ਬਣਾਇਆ ਜਾਂਦਾ ਹੈ। ਕਿਉਂ ਇਹ 15 ਜਨਵਰੀ ਨੂੰ ਹੀ ਬਣਾਇਆ ਜਾਂਦਾ ਹੈ? ਕਿਉਂਕਿ ਆਪਾਂ ਆਪਣੇ ਫਰਸਟ ਚੀਫ ਆਫ ਇੰਡੀਅਨ ਆਰਮੀ ਨੂੰ ਸੈਲੀਬ੍ਰੇਟ ਕਰਦੇ ਹਾਂ, ਉਹਨਾਂ ਦੀ ਕੰਟਰੀਬਿਊਸ਼ਨਸ ਨੂੰ ਸੈਲੀਬ੍ਰੇਟ ਕਰਦੇ ਹਾਂ, ਜਿਹੜੇ ਕਿ ਸੀ KM ਕੈਰੀਅੱਪਾ। KM ਕੈਰੀਅੱਪਾ ਬ੍ਰਿਟਿਸ਼ ਤੋਂ ਬਾਅਦ ਜਦ ਇੰਡੀਆ ਇੰਡੀਪੈਂਡੈਂਟ ਹੋਇਆ, ਇਹ ਪਹਿਲੇ ਇੰਡੀਅਨ ਆਰਮੀ ਕਮਾਂਡਰ ਸੀ ਜਿਨ੍ਹਾਂ ਨੇ ਚਾਰਜ ਸੰਭਾਲਿਆ। ਠੀਕ ਹੈ, ਤਾਂ ਇਹਨਾਂ ਦੀ ਲੀਡਰਸ਼ਿਪ ਦੇ ਅੰਡਰ ਹੀ ਤੁਸੀਂ ਕਹਿ ਸਕਦੇ ਹੋ ਆਰਮੀ ਨੇ ਇੰਨੇ ਸਾਲ ਫੰਕਸ਼ਨ ਕੀਤਾ ਤੇ ਆਰਮੀ ਨੂੰ ਡਾਇਰੈਕਸ਼ਨ ਮਿਲੀ। ਤਾਂ ਉਹਨਾਂ ਹੀ ਸੋਲਜਰਸ ਨੂੰ ਤੇ ਇਹਨਾਂ ਲੀਡਰਸ ਨੂੰ ਰਿਸਪੈਕਟ ਦੇਣ ਲਈ ਆਪਾਂ ਆਰਮੀ ਡੇ ਦਾ ਫੰਕਸ਼ਨ ਹਮੇਸ਼ਾ ਕੰਡਕਟ ਕਰਦੇ ਹਾਂ। ਠੀਕ ਹੈ ਜੀ, ਇਸ ਡੇ ਦੇ ਅੰਡਰ ਵੇਰੀਅਸ ਅਵਾਰਡਸ ਤੇ ਮੈਡਲਸ ਵੀ ਦਿੱਤੇ ਜਾਂਦੇ ਨੇ। ਇੱਕ ਆਰਮੀ ਦਾ ਮੋਟੋ ਵੀ ਯਾਦ ਰੱਖੋ, ਸਰਵਿਸ ਬਿਫੋਰ ਸੈਲਫ। ਇਹ ਤੇ ਕੁਐਸਚਨ ਆ ਸਕਦਾ ਹੈ ਕਿ ਇੰਡੀਅਨ ਆਰਮੀ ਦਾ ਮੋਟੋ ਕਿਆ ਹੈ? ਸਰਵਿਸ ਬਿਫੋਰ ਸੈਲਫ ਇਹਦਾ ਮੋਟੋ ਹੈ। ਠੀਕ ਹੈ ਜੀ, ਹੁਣ ਅਗਰ ਆਪਾਂ 2023 ਦੇ ਆਰਮੀ ਡੇ ਦੇ ਬਾਰੇ ਦੇਖੀਏ ਤਾਂ ਇਹ ਫਸਟ ਟਾਈਮ ਆਊਟਸਾਈਡ ਦਿੱਲੀ ਹੋ ਰਿਹਾ ਹੈ। ਠੀਕ ਹੈ, ਯੂਜੂਅਲੀ ਇਹ ਹਮੇਸ਼ਾ ਦਿੱਲੀ ਵਿੱਚ ਹੀ ਕੰਡਕਟ ਹੁੰਦਾ ਹੈ, ਪਰ ਇਸ ਸਾਲ ਫਸਟ ਟਾਈਮ ਇਹ ਕਰਨਾਟਕਾ ਵਿੱਚ ਕੰਡਕਟ ਕੀਤਾ ਜਾ ਰਿਹਾ ਹੈ। ਰਾਈਟ, ਇਹ ਆਪਣਾ 75th ਆਰਮੀ ਡੇ ਫੰਕਸ਼ਨ ਹੈ। ਰਾਈਟ, ਕਿਉਂ ਇਹਨੂੰ ਹੁਣ ਦਿੱਲੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ? ਤਾਂ ਕਿ ਬਾਕੀ ਏਰੀਆਜ਼ ਵਿੱਚ ਇੰਡੀਆ ਦੇ ਵਿੱਚ ਲੋਕਲ ਪੋਪੂਲੇਸ਼ਨ ਤੱਕ ਅਵੇਅਰਨੈਸ ਫੈਲੇ, ਆਰਮੀ ਦੀ ਕੰਟਰੀਬਿਊਸ਼ਨਸ ਦੀ ਅਵੇਅਰਨੈਸ ਫੈਲੇ, ਵਿਜ਼ਿਬਿਲਿਟੀ ਜੋ ਹੈ ਇਹਦੀ ਇਨਕਰੀਜ਼ ਕੀਤੀ ਜਾ ਸਕੇ। ਠੀਕ ਹੈ ਜੀ, ਇਹ ਥੋੜੀ ਫੈਕਚੁਅਲ ਇਨਫੋਰਮੇਸ਼ਨ ਹੈ ਜਿਹੜੀ ਯਾਦ ਰੱਖੋ। ਬਾਕੀ ਅਵਾਰਡਸ ਦੇ ਵੀ ਕਾਫੀ ਵਾਰ ਕੁਐਸਚਨ ਆ ਜਾਂਦਾ ਹੈ, ਇਹ ਵੀ ਅੱਛੀ ਆ ਡਾਟਾ ਹੈ। ਗੈਲੈਂਟਰੀ ਅਵਾਰਡਸ ਜਿਹੜੇ ਹੈ ਇੰਡੀਆ ਦੇ ਵਿੱਚ ਆਰਮੀ ਦੇ ਵਿੱਚ 2 ਟਾਈਪ ਦੇ ਹੁੰਦੇ ਨੇ। ਵਾਰ ਟਾਈਮ, ਜਦੋਂ ਲੜਦੇ ਹੋਏ ਤੁਸੀਂ ਕੋਈ ਕੰਟਰੀਬਿਊਸ਼ਨ ਦਿੰਦੇ ਹੋ ਜਾਂ ਸ਼ਹੀਦੀ ਦਿੰਦੇ ਹੋ ਤਾਂ ਇਹ ਅਵਾਰਡਸ ਮਿਲਦੇ ਨੇ। ਪੀਸ ਟਾਈਮ, ਜਦੋਂ ਤੁਸੀਂ ਵੈਸੇ ਹੀ ਆਪਦੀ ਚਾਹੇ ਕੋਈ ਲੜਾਈ 'ਚ ਪਾਰਟੀਸਿਪੇਟ ਨਹੀਂ ਕੀਤਾ ਬਟ ਇੰਡੀਆ ਦੀ ਸਿਕਿਉਰਿਟੀ ਇਨਸ਼ੋਰ ਕਰਨ ਲਈ ਲੌਂਗ ਟਰਮ ਤੁਸੀਂ ਆਪਦੀ ਸਰਵਿਸ ਦਿੱਤੀ ਹੈ, ਤਾਂ ਇਹ ਅਵਾਰਡਸ ਦਿੱਤੇ ਜਾਂਦੇ ਨੇ। ਠੀਕ ਹੈ ਜੀ, ਵਾਰ ਟਾਈਮ ਗੈਲੈਂਟਰੀ ਅਵਾਰਡਸ ਨੇ ਇਹ 3, ਜਿਵੇਂ ਕਿ ਪਰਮਵੀਰ ਚੱਕਰ, ਮਹਾਵੀਰ ਚੱਕਰ, ਵੀਰ ਚੱਕਰ। ਠੀਕ ਹੈ ਜੀ, ਜਿਵੇਂ ਕੋਈ ਸਮਝ ਲਓ ਟੈਰਰਿਸਟ ਨਾਲ ਫਾਇਰ ਕਰਦੇ ਹੋਏ ਸੋਲਜਰਸ ਜਦ ਸ਼ਹੀਦ ਹੋ ਜਾਂਦੇ ਹੈ ਤਾਂ ਉਹਨਾਂ ਨੂੰ ਇਸ ਕੈਟੇਗਰੀ ਵਿੱਚ ਅਵਾਰਡ ਦਿੱਤਾ ਜਾਂਦਾ ਹੈ।
ਰਾਈਟ। ਨਹੀਂ ਤਾਂ ਦੇਖੋ ਇੰਨੇ ਲੰਬੇ ਸਮੇਂ ਤੱਕ ਸੋਲਜਰਸ ਆਪਣੇ ਬਾਰਡਰਸ ਗਾਰਡ ਕਰਦੇ ਹੈ, ਸਮ ਮੇ ਬੀ ਉਹਨਾਂ ਨੇ ਕੋਈ ਲੜਾਈ ਜਾਂ ਡਾਇਰੈਕਟ ਕਨਫਰੰਟੇਸ਼ਨ ਵਿੱਚ ਪਾਰਟਿਸਿਪੇਟ ਨਹੀਂ ਕੀਤਾ, ਬਟ ਉਹਨਾਂ ਨੇ ਕਾਫੀ ਆਪਣੀ ਸਿਕਿਉਰਿਟੀ ਵਿੱਚ ਕੰਟਰੀਬਿਊਟ ਕੀਤਾ ਹੈ, ਤਾਂ ਉਹਨਾਂ ਨੂੰ ਇਹ ਅਵਾਰਡਸ ਮਿਲਣਗੇ। ਹਾਈਐਸਟ ਅਵਾਰਡ ਹੈ ਅਸ਼ੋਕ ਚੱਕਰਾ, ਦੈਨ ਕੀਰਤੀ ਚੱਕਰਾ, ਦੈਨ ਸ਼ੌਰਯ ਚੱਕਰਾ। ਠੀਕ ਹੈ ਜੀ। ਹੋਰ ਵੀ ਕਾਫੀ ਸਾਰੇ ਅਵਾਰਡਸ ਨੇ, ਇਹ ਆਪਣੇ ਲਈ ਇੰਪੋਰਟੈਂਟ ਨੇ, ਇੰਨੇ ਯਾਦ ਕਰਨ ਦੀ ਕੋਸ਼ਿਸ਼ ਕਰੋ, ਆਪਾਂ ਬਾਕੀ ਵੀ ਟਾਈਮ ਨਾਲ ਕਵਰ ਕਰਦੇ ਰਵਾਂਗੇ। ਠੀਕ ਹੈ ਜੀ। That is all for today's discussion. I hope this helps. Please like, subscribe, share my channel, support ਕਰੋ ਸਾਨੂੰ ਤੇ ਹੋਰ ਵਧਾਵਾ ਦਿਓ। Thank you so much for joining.